ਦੇ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ। ਡਾਕਟਰ ਸ਼ਾਰਦਾ ਮੇਰੇ ਨਾਲ ਜੁੜ ਗਏ ਨੇ। ਸਭ ਤੋਂ ਪਹਿਲਾਂ ਡਾਕਟਰ ਸ਼ਾਰਦਾ ਦਾ ਕਰਦੇ ਹਾਂ ਜੀ ਸਵਾਗਤ। ਜੀ ਆਇਆਂ ਨੂੰ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ ਜਨਾਬ। ਟੀਵੀ ਪੰਜਾਬੀ ਦੁਨੀਆ ਦੇ ਲੱਖਾਂ ਹੀ ਦਰਸ਼ਕਾਂ ਦਾ ਪਿਆਰ ਦੇ ਨਾਲ ਕਰਦੇ ਹਾਂ ਸਵਾਗਤ। ਔਰ ਬੜਾ ਅੱਛਾ ਲੱਗਦਾ ਜਦੋਂ ਤੁਸੀਂ ਇੱਥੇ ਸਾਰੀ ਦੁਨੀਆ ਦੀਆਂ ਲਿਟਰੇਚਰ ਦੀਆਂ, ਪੋਲੀਟਿਕਸ ਦੀਆਂ, ਹਾਂਜੀ ਪੰਜਾਬ ਦੀਆਂ, ਹਿੰਦੁਸਤਾਨ ਦੀਆਂ ਗੱਲਾਂ ਕਰਦੇ ਹੋ। ਦੈਟ ਮੀਨਸ ਕਿ ਓਵਰਆਲ ਤੁਸੀਂ ਸਾਰਿਆਂ ਨੂੰ ਕਵਰ ਕਰਦੇ ਹੋ। ਔਰ ਸਭ ਤੋਂ ਪਹਿਲਾਂ ਮੈਂ ਆਪਣੀ ਜਿਹੜੀ ਇੰਜੀਨੀਅਰ ਹੈ ਬੇਟੀ ਜੋਤੀ, ਉਹਦਾ ਧੰਨਵਾਦ ਕਰਨਾ ਚਾਹੁੰਦਾ ਕਿ ਬੜੇ ਪਿਆਰ ਦੇ ਨਾਲ ਉਹ ਕੰਟਰੋਲ ਕਰਦੀ ਹੈ ਔਰ ਬੜੇ ਪਿਆਰ ਦੇ ਨਾਲ ਤੁਹਾਡੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੀ ਹੈ। ਸੋ ਮੇਰਾ ਖਿਆਲ ਹੈ ਦੀ ਕ੍ਰੈਡਿਟ ਗੋਜ਼ ਟੂ ਹਰ ਮੋਰ ਦੈਨ ਜਿਹੜੇ ਸਾਡੇ ਵਰਗੇ ਬੋਲਣ ਵਾਲੇ ਨੇ। ਜੀ ਡਾਕਟਰ ਸਾਹਿਬ ਬਿਲਕੁਲ ਰਲ ਮਿਲ ਕੇ ਟੀਮ ਵਰਕ ਹੁੰਦਾ ਜੀ। ਤੁਹਾਡਾ ਆਸ਼ੀਰਵਾਦ ਹੈ ਔਰ ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਆਉਂਦੇ ਹੋ ਤੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਜਿਹੜੀਆਂ ਦੁਨੀਆ ਭਰ 'ਚ ਜਿਹੜੇ ਵਰਤਾਰੇ ਹੋ ਰਹੇ ਆ ਉਹਨਾਂ ਬਾਰੇ ਜਾਣਕਾਰੀ ਮਿਲਦੀ ਆ। ਹਰ ਇੱਕ ਦੀਆਂ ਲਿਮਿਟੇਸ਼ਨ ਹੁੰਦੀਆਂ ਨੇ ਪਰ ਤੁਹਾਡੇ ਕੋਲ ਖਜ਼ਾਨਾ ਹੁੰਦਾ ਬਾਹਰ ਦੀਆਂ ਖਬਰਾਂ ਦਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਅੱਜ ਲੈ ਕੇ ਜਾਣਾ ਚਾਹੁੰਦਾ ਪਹਿਲਾਂ ਅਫਗਾਨਿਸਤਾਨ। ਅਸੀਂ ਆਫ ਦੀ ਏਅਰ ਥੋੜ੍ਹਾ ਡਿਸਕਸ ਕਰ ਰਹੇ ਸੀਗੇ। ਅਫਗਾਨਿਸਤਾਨ 'ਚ ਅਜੇ ਸਤੰਬਰ 11 ਨੂੰ ਸ਼ਾਇਦ ਅਮਰੀਕਨ ਫੌਜਾਂ ਦੀ ਕੰਪਲੀਟ ਵਾਪਸੀ ਹੋਣੀ ਆ ਪਰ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਆ। ਕਿਹਾ ਜਾ ਰਿਹਾ ਹੈ ਕਿ ਜਿਹੜੇ ਤਾਲਿਬਾਨ ਨੇ ਉਹ 2/3 ਏਰੀਏ 'ਤੇ ਪਹਿਲਾਂ ਹੀ ਫਿਜ਼ੀਕਲੀ ਪ੍ਰੈਜ਼ੈਂਸ ਸੀਗੇ ਉਹ, ਤੇ ਹੁਣ ਉਹ ਕੰਧਾਰ ਉਹਨਾਂ ਦੇ ਕਬਜ਼ੇ 'ਚ ਆ ਰਿਹਾ ਆ। ਔਰ ਭਾਰਤ ਨੇ ਵੀ ਆਪਣੇ ਰਾਜਦੂਤ ਵਾਪਸ ਬੁਲਾ ਲਿਆ। ਮਤਲਬ ਇੱਕ ਤਰ੍ਹਾਂ ਦੀ ਮੈਂ ਸਮਝਦਾ ਕਿ ਜਿਹੜਾ ਇੰਨਾ ਲੰਬਾ ਉੱਥੇ ਲੜਾਈ ਲੜੀ ਗਈ ਤੇ ਪਰਨਾਲਾ ਫਿਰ ਉੱਥੇ ਦਾ ਉੱਥੇ ਰਿਹਾ ਜਿੱਥੋਂ 89 ਤੋਂ ਸ਼ੁਰੂ ਕੀਤਾ ਸੀ। ਮੈਨੂੰ ਲੱਗਦਾ ਹਾਲਾਤ ਉਸ ਤਰ੍ਹਾਂ ਹੀ ਫਿਰ ਉੱਥੇ ਆਣ ਕੇ ਖੜੇ ਹੋ ਜਾਣਗੇ। ਤਾਲਿਬਾਨ ਜਿਹੜੇ ਨੇ ਇੱਕ ਪਾਸੇ ਗੱਲਬਾਤ ਕਰ ਰਹੇ ਨੇ ਅਮਰੀਕਾ ਦੀ ਗਵਰਨਮੈਂਟ ਨਾਲ ਪਾਕਿਸਤਾਨ ਵਿੱਚ ਪੈ ਕੇ, ਦੂਜੇ ਪਾਸੇ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਜਿਹੜਾ ਰਾਜ ਦਰੋਹ ਹੋਇਆ ਸਾਡੇ ਨਾਲ ਉਹਦੇ ਖਿਲਾਫ ਸਾਡਾ ਜਹਾਦ ਜਿਹੜਾ ਉਹ ਜਾਰੀ ਰਹੇਗਾ। ਤੇ ਜਹਾਦ ਦੇ ਮੀਨਿੰਗ ਆਪਾਂ ਸਮਝਦੇ ਹਾਂ ਕਿ ਜਹਾਦੀ ਫੋਰਸਸ ਨੇ ਪਹਿਲਾਂ ਵੀ ਤਾਲਿਬਾਨ ਜਿਹੜੇ ਸੀਗੇ ਇਹਨਾਂ ਨੇ ਅਫਗਾਨਿਸਤਾਨ ਨੂੰ ਕਾਫੀ ਤਬਾਹ ਕੀਤਾ ਸੀ ਜਿਹਦੇ ਕਰਕੇ ਇੰਟਰਵੈਂਸ਼ਨ ਹੋਈ ਔਰ ਬੜੇ ਸਬਕ ਸਿੱਖੇ ਦੁਨੀਆ ਨੇ ਤੋਂ। ਪਰ ਅਫਗਾਨਿਸਤਾਨ ਦੀ ਸਥਿਤੀ ਉੱਥੇ ਦੀ ਉੱਥੇ ਹੀ ਖੜੀ ਹੈ ਲੱਗਦਾ। ਬੇਸਿਕਲੀ 79 ਆਪਣੇ 1979 ਤੋਂ ਲੈ ਕੇ 1989 ਤੱਕ 10 ਸਾਲ ਰਸ਼ੀਆ ਜਿਹੜਾ ਉੱਥੇ ਰਿਹਾ ਔਰ ਲੜਾਈ ਲੜਦਾ ਰਿਹਾ ਔਰ ਉਹਨਾਂ ਨੇ ਵੀ ਆਪਣੇ ਹਜ਼ਾਰਾਂ ਸੋਲਜਰਸ ਮਰਵਾਏ। ਔਰ ਉਹਦੇ ਬਾਅਦ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅਮਰੀਕਾ ਔਰ ਵੈਸਟਰਨ ਕੰਟਰੀਜ਼ ਨੇ ਜੀ ਲੱਖਾਂ ਕਰੋੜਾਂ ਡਾਲਰ ਦੇ ਕੇ ਮੁਜਾਹਿਦੀਨ ਕ੍ਰੀਏਟ ਕੀਤੇ ਜਿਹੜੇ ਪਾਕਿਸਤਾਨ ਦੇ ਵਿੱਚ ਸੀਗੇ ਔਰ ਉਹਨਾਂ ਨੂੰ ਹਥਿਆਰ ਵੀ ਸਭ ਕੁਝ ਦੇ ਕੇ ਅਫਗਾਨਿਸਤਾਨ ਦੇ ਵਿੱਚ ਭੇਜਿਆ। ਅਗਰ ਤੁਸੀਂ ਅਫਗਾਨਿਸਤਾਨ ਦੀ ਹਿਸਟਰੀ ਦੇਖੋ ਨਾ ਪਿੱਛੇ ਹਜ਼ਾਰਾਂ ਸਾਲਾਂ ਦੀ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਜਿੱਤ ਨਹੀਂ ਸਕਿਆ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਹਾਂ ਵੀ ਅਫਗਾਨਿਸਤਾਨ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕੀਤਾ ਸੀਗਾ, ਕਬਜ਼ਾ ਨਹੀਂ ਸੀ ਕੀਤਾ। ਉਹ ਸਿਰਫ ਉੱਥੇ ਕਾਬਲ ਤੱਕ ਗਏ ਸੀ ਔਰ ਖੈਬਰ ਪਾਸ ਤੱਕ ਗਏ ਸੀਗੇ। ਉੱਥੇ ਆਪਣਾ ਝੰਡਾ ਲਹਿਰਾ ਕੇ ਉਹ ਵਾਪਸ ਆ ਗਏ ਸੀ। ਅਲਟੀਮੇਟਲੀ ਉੱਥੋਂ ਦੀਆਂ ਜਿਹੜੀਆਂ ਪਹਾੜੀ ਇਲਾਕੇ ਨੇ, ਜਿਹੜੇ ਉੱਥੋਂ ਦਾ ਸਿਸਟਮ ਹੈ ਉਹ ਉਹਨਾਂ ਲੋਕਾਂ ਨੂੰ ਪਤਾ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵਕਤ ਜਿਹੜਾ ਇਲਾਕਾ ਹੈਗਾ ਹੁਣ ਤਾਂ ਇਹ ਕਲੇਮ ਕੀਤਾ ਜਾ ਰਿਹਾ ਕਿ 85% ਜਿਹੜਾ ਏਰੀਆ ਉਹ ਇਸ ਵਕਤ ਤਾਲਿਬਾਨ ਦੇ ਅੰਡਰ ਹੈ। ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ ਕਿ ਜਿਹੜਾ ਤਾਲਿਬਾਨ ਦੀ ਤੁਸੀਂ ਹੁਣ ਗੱਲ ਕਰ ਰਹੇ ਹੋ ਨਾ, ਇਹ ਉਹ ਤਾਲਿਬਾਨ ਨਹੀਂ ਹੈ ਜਿਹੜਾ ਕਿ ਈਜਿਪਟ ਦਾ ਜੀ ਜਾਂ ਹੋਰ ਆਪਣੇ ਅਰਬ ਕੰਟਰੀਜ਼ ਦੇ ਵਿੱਚੋਂ ਆਇਆ ਹੋਇਆ। ਇਹ ਤਾਲਿਬਾਨ ਹੈ ਪਿਓਰ ਤੇ ਪਿਓਰ ਅਫਗਾਨਿਸਤਾਨ ਦਾ ਤਾਲਿਬਾਨ ਹੈ। ਲੇਕਿਨ ਕਿਉਂਕਿ ਉਹ ਸ਼ਰੀਆ ਲਾਅ ਦੇ ਵਿੱਚ ਬਿਲੀਵ ਕਰਦੇ ਨੇ, ਬੜੇ ਸਖਤ ਕਾਨੂੰਨ ਬਣਾਉਂਦੇ ਨੇ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਲੜਕੀਆਂ ਦੇ ਸਕੂਲ ਜਿਹੜੇ ਨੇ ਉਹ ਸਾਰੇ ਬੰਦ ਕਰ ਦਾਂਗੇ। ਉੱਥੇ ਕੋਈ ਨੀਅਰ ਅਬਾਊਟ 378 ਡਿਸਟ੍ਰਿਕਟਸ ਨੇ ਜਿਹਦੇ ਵਿੱਚੋਂ 300 ਦੇ ਕਰੀਬ ਡਿਸਟ੍ਰਿਕਟ ਦੇ ਉੱਪਰ ਇਹ ਹੁਣ ਰਾਜ ਕਰ ਰਹੇ ਨੇ। ਇਹ ਰਾਜ ਨੀਅਰ ਅਬਾਊਟ ਮੋਰ ਦੈਨ 50% ਤੇ ਇਹਨਾਂ ਕੋਲ ਪਹਿਲਾਂ ਵੀ ਸੀਗਾ ਤਾਲਿਬਾਨ ਕੋਲੋਂ। ਉੱਥੋਂ ਦੇ ਅਮਰੀਕਨ ਕੱਢ ਹੀ ਨਹੀਂ ਸਕੇ ਕਿਉਂਕਿ ਅਮਰੀਕਨ ਨੇ ਆਪਣੀਆਂ ਫੋਰਸਿਸ ਜਿਹੜੀਆਂ ਨੇ ਉਹ ਕਾਬਲ ਔਰ ਕੰਧਾਰ ਔਰ ਕੁਝ ਹੋਰ ਏਰੀਆ ਦੇ ਇਰਦ ਗਿਰਦ ਹੀ ਰੱਖੀਆਂ, ਹੋਰ ਕਿਤੇ ਨਹੀਂ ਰੱਖੀਆਂ। ਜਿਹੜਾ ਏਰੀਆ ਲੱਗਦਾ ਨਾਰਥ ਦਾ ਅਫਗਾਨਿਸਤਾਨ ਦੇ ਵਿੱਚ ਜਿਹਨੂੰ ਅਸੀਂ ਉਜ਼ਬੇਕ ਏਰੀਆ ਕਹਿੰਦੇ ਹਾਂ, ਉਹ ਉੱਥੋਂ ਦੇ ਜਿਹੜੇ ਟਰਾਈਬਸ ਨੇ ਉਹਨਾਂ ਦੇ ਉੱਪਰ ਕੋਈ ਵੀ ਬੰਦਾ, ਚਾਹੇ ਇਹ ਤਾਲਿਬਾਨ ਹੋਣ ਚਾਹੇ ਕੋਈ ਹੋਣ, ਉਹਨਾਂ 'ਤੇ ਕੋਈ ਜਾ ਕੇ ਰੂਲ ਨਹੀਂ ਕਰ ਸਕਦਾ। ਉਹਨਾਂ ਦੇ ਆਪਣੇ ਰੂਲ ਐਂਡ ਰੈਗੂਲੇਸ਼ਨ ਨੇ, ਉਹਨਾਂ ਨੂੰ ਕੋਈ ਛੇੜਦਾ ਨਹੀਂ ਹੈਗਾ। ਲੇਕਿਨ ਇਸ ਵਕਤ ਜਿਹੜੇ ਹਾਲਾਤ ਨੇ, ਹਿੰਦੁਸਤਾਨ ਨੇ ਕੋਈ $2 ਬਿਲੀਅਨ ਹਰਜੀਤ ਜੀ ਉੱਤੇ ਖਰਚ ਕੀਤਾ
जी बिल्कुल। ਸਕੂਲ ਬਣਵਾਏ, ਹਸਪੀਟਲ ਬਣਵਾਏ, ਸੜਕਾਂ ਬਣਵਾਈਆਂ। ਮੇਰਾ ਖਿਆਲ ਹੈ ਕਿ ਇਹ ਜਿਹੜੇ ਤਾਲਿਬਾਨ ਨੇ ਇਹ ਸਕੂਲਾਂ ਨੂੰ ਕਨਵਰਟ ਕਰ ਦੇਣਗੇ, ਜਿਹੜੇ ਬੱਚੇ ਜਿਹੜੀਆਂ ਲੜਕੀਆਂ ਦੇ ਸਕੂਲ ਨੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਜਿੱਥੇ ਮਰਜ਼ੀ ਕਨਵਰਟ ਕਰਨ। ਮਦਰਸੇ ਚ ਕਨਵਰਟ ਕਰਨਗੇ। ਮਦਰਸੇ ਦੇ ਉੱਤੇ ਹੁੰਦੇ ਹੀ ਨੇ ਹਾਂਜੀ, ਜਿਹੜੇ ਉੱਥੇ ਸਾਰੇ ਮਦਰਸੇ ਹੁੰਦੇ ਨੇ। ਲੇਕਿਨ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਇਹਨਾਂ ਨੇ ਨਹੀਂ ਛੇੜਨਾ। ਉਹਨਾਂ ਕੋਲ ਬੜੀਆਂ ਬਣਾਈਆਂ ਚੀਜ਼ਾਂ ਮਿਲ ਗਈਆਂ। ਸੜਕਾਂ ਉਹਨਾਂ ਨੇ ਤੋੜ ਨਹੀਂ ਦੇਣੀਆਂ, ਸੜਕਾਂ ਵੀ ਉਹਨਾਂ ਨੇ ਰੱਖਣੀਆਂ ਨੇ। ਲੇਕਿਨ ਹਿੰਦੁਸਤਾਨ ਨੂੰ ਪਹਿਲਾਂ ਵੀ ਸੋਚਣਾ ਚਾਹੀਦਾ ਸੀਗਾ ਕਿ ਹਿਸਟੋਰੀਕਲ ਫੈਕਟ ਜਿਹੜੇ ਨੇ ਉਹ ਕਿਸੇ ਵੀ ਗਵਰਨਮੈਂਟ ਨੇ ਉੱਥੇ ਨਹੀਂ ਲਏ। ਇਹ ਅਫਗਾਨਿਸਤਾਨ ਦੇ ਵਿੱਚ ਮਨਮੋਹਨ ਸਿੰਘ ਦੇ ਟਾਈਮ ਤੋਂ ਜਿਹੜਾ ਹਾਂਜੀ ਬਕਾਇਦਾ ਪੈਸਾ ਇਨਵੈਸਟ ਹੋਣਾ ਸ਼ੁਰੂ ਹੋ ਗਿਆ ਔਰ ਮੋਦੀ ਗਵਰਨਮੈਂਟ ਨੇ ਉਹਨੂੰ ਲਾਗੂ ਰੱਖਿਆ, ਇਹ ਸਮਝ ਕੇ ਕਿ ਅਸੀਂ ਉੱਥੇ ਜ਼ਰੂਰ ਕੋਈ ਨਾ ਕੋਈ ਸਾਡਾ ਵੀ ਹੱਕ ਹੈਗਾ। ਲੇਕਿਨ ਇਹਨਾਂ ਨੂੰ ਉਦੋਂ ਹੀ ਸਮਝ ਲੈਣਾ ਚਾਹੀਦਾ ਸੀ ਕਿ ਜਦੋਂ ਅਮਰੀਕਾ ਨੇ ਤਾਲਿਬਾਨ ਦੇ ਨਾਲ ਪੀਸ ਦੀ ਗੱਲ ਕਰਨੀ ਸ਼ੁਰੂ ਕੀਤੀ UAE ਦੇ ਵਿੱਚ, ਉਹਦੇ ਵਿੱਚ ਕੌਣ ਸੀਗਾ? ਉਹਦੇ ਵਿੱਚ ਸਿਰਫ ਪਾਕਿਸਤਾਨ, ਤਾਲਿਬਾਨ, ਰਸ਼ੀਆ ਹਾਂਜੀ ਔਰ ਇੱਥੋਂ ਤੱਕ ਕਿ ਉਹਨਾਂ ਨੇ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਨੂੰ ਵੀ ਨਾਲ ਨਹੀਂ ਲਿਆ, ਅਫਗਾਨਿਸਤਾਨ ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਉਹਦੇ ਵਿੱਚ ਨਾਲ ਨਹੀਂ ਲਿਆ, ਤੇ ਹਿੰਦੁਸਤਾਨ ਦੀ ਤਾਂ ਗੱਲ ਹੀ ਤੁਸੀਂ ਛੱਡੋ। ਸੋ ਉੱਥੋਂ ਹੀ ਉਦੋਂ ਹਿੰਦੁਸਤਾਨ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਅਸੀਂ ਜਿੰਨਾ ਵੀ ਪੈਸਾ ਇੱਥੇ ਲਗਾਇਆ ਉਹ ਹੁਣ ਪੈਸਾ ਸਾਡਾ ਜਿਹੜਾ ਬਰਬਾਦ ਹੋ ਗਿਆ ਹਾਂਜੀ, ਇੱਥੋਂ ਹੁਣ ਸਾਨੂੰ ਕੱਖ ਨਹੀਂ ਲੱਭਣਾ। ਔਰ ਤੁਸੀਂ ਦੇਖੋ ਤਾਲਿਬਾਨ ਵਾਲਿਆਂ ਨੇ ਪਰਸੋਂ ਬਿਆਨ ਦਿੱਤਾ, ਉਹਨਾਂ ਨੇ ਕਿਹਾ ਕਿ ਸਾਡੀ ਚਾਈਨਾ ਨਾਲ ਕੋਈ ਲੜਾਈ ਨਹੀਂ। ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਗਰ ਜਿਹੜੀ ਉੱਥੇ ਕਮਿਊਨਿਟੀ ਹੈ ਮੁਸਲਿਮ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕਹਿੰਦਾ ਜੀ ਉਹ ਚਾਈਨਾ ਦਾ ਮਸਲਾ ਆਪਣੇ ਆਪ ਮਤਲਬ ਉਹ ਦੇਖ ਲੈਣਗੇ। ਯਾਨੀ ਕਿ ਉਗਰ ਮੁਸਲਿਮ ਕਮਿਊਨਿਟੀ ਦੇ ਬਾਰੇ ਨਾ ਤੇ ਪਾਕਿਸਤਾਨ ਬੋਲਣ ਨੂੰ ਤਿਆਰ ਹੈ, ਨਾ ਅਰਬ ਕੰਟਰੀਜ਼ ਬੋਲਣ ਨੂੰ ਤਿਆਰ ਹੈ ਔਰ ਨਾ ਹੀ ਤਾਲਿਬਾਨ ਬੋਲਣ ਨੂੰ ਤਿਆਰ ਨੇ। ਤਾਲਿਬਾਨ ਨੂੰ ਚਾਹੀਦਾ ਪੈਸਾ, ਅਮਰੀਕਾ ਨੇ ਪੈਸਾ ਉਹਨਾਂ ਨੂੰ ਦੇਣਾ ਨਹੀਂ। ਹਾਂਜੀ ਵੈਸਟਰਨ ਕੰਟਰੀ ਦੇ ਕੋਲ ਆਪ ਇਸ ਵਕਤ ਹਾਲਤ ਬੜੀ ਖਰਾਬ ਹੈ ਪੈਂਡੈਮਿਕ ਕਰਕੇ, ਇਸ ਕਰਕੇ ਉਹ ਚਾਹੁੰਦੇ ਨੇ ਕਿ ਚਾਈਨਾ ਜਿਹੜਾ ਉਹਦੇ ਨਾਲ ਸਾਡੇ ਰਿਲੇਸ਼ਨ ਚੰਗੇ ਰਹਿਣ ਔਰ ਸਾਨੂੰ ਉੱਥੋਂ ਮਦਦ ਮਿਲਦੀ ਰਹੇ। ਸੋ ਐਜ਼ ਫਾਰ ਐਜ਼ ਅਫਗਾਨਿਸਤਾਨ ਇਜ਼ ਕੰਸਰਨ, ਅਫਗਾਨਿਸਤਾਨ ਦੇ ਵਿੱਚ ਪਹਿਲੋਂ ਵੀ ਦੁਨੀਆ ਦੀ ਵਨ ਆਫ ਦਾ ਮੋਸਟ ਕਰਪਟਡ ਫੋਰਸਿਸ ਸੀਗੀ ਪਿਛਲੇ 20 ਸਾਲ ਤੋਂ। 20 ਸਾਲ ਹੋ ਗਏ ਅਮਰੀਕਾ ਨੂੰ ਉੱਥੇ। 1.73 ਟ੍ਰਿਲੀਅਨ ਡਾਲਰ ਉੱਥੇ ਇਹਨਾਂ ਨੇ ਮਤਲਬ ਬਰਬਾਦ ਕਰ ਦਿੱਤਾ ਆਪਣਾ। ਅਮਰੀਕਾ ਨੇ ਕਦੀ ਇਹ ਨਹੀਂ ਸੋਚਿਆ ਕਿ ਇਹ ਜਿਹੜੇ ਅਲੀਟ ਹੈਗੇ ਨੇ 10-15-20% ਦੇ ਬੰਦੇ, ਇਹਨਾਂ ਦੇ ਨਾਲ ਹੀ ਉਹ ਡੀਲ ਕਰਦੇ ਰਹੇ। ਉੱਥੇ ਉਹਨਾਂ ਨੂੰ ਚਾਹੀਦਾ ਸੀਗਾ ਕਿ ਨੌਜਵਾਨਾਂ ਲਈ ਜੌਬ ਕ੍ਰੀਏਟ ਕਰਦੇ, ਕੁਝ ਇੰਡਸਟਰੀਆਂ ਲਗਾਉਂਦੇ, ਕੁਝ ਹੋਰ ਇਹੋ ਜਿਹੇ ਸੋਲਿਡ ਕੰਮ ਕਰਦੇ ਜਿਹੜੇ ਉਹਨਾਂ ਨੇ ਬਿਲਕੁਲ ਨਹੀਂ ਕੀਤੇ। ਉਹ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਚੜੇ ਰਹੇ ਜਿਹੜੇ ਕਿ ਆਪਣੇ ਆਪ ਨੂੰ ਇਹ ਕਹਿੰਦੇ ਸੀਗੇ ਕਿ ਅਸੀਂ ਰੂਲ ਕਰਦੇ ਹਾਂ। ਅੱਜ ਕਾਬੁਲ ਦੇ ਬਾਹਰ ਪ੍ਰੈਜ਼ੀਡੈਂਟ ਨਿਕਲ ਨਹੀਂ ਸਕਦਾ ਹਾਂਜੀ, ਕਾਬੁਲ ਦੇ ਵਿੱਚ ਵੀ ਉਹ ਸਿਰਫ ਬੈਠੇ ਹੋਏ ਨੇ। ਉੱਥੋਂ ਵੀ ਤੁਸੀਂ ਦੇਖ ਲੈਣਾ ਕਿ ਜਿੱਦਣ ਉੱਥੇ ਤਾਲਿਬਾਨ ਨੇੜੇ ਆ ਗਏ, ਇਹ ਜਿੰਨੇ ਵੀ ਉੱਥੇ ਦੋ ਐਸੇ ਪ੍ਰੈਜ਼ੀਡੈਂਟ ਬਣੇ ਹੋਏ ਨੇ, ਦੋਨੋਂ ਹਵਾਈ ਜਹਾਜ਼ ਪਕੜ ਕੇ ਅਮਰੀਕਾ ਜਾਂ ਕਿਸੇ ਹੋਰ ਵੈਸਟਰਨ ਕੰਟਰੀ ਦੇ ਵਿੱਚ ਚਲੇ ਜਾਣਗੇ। ਸੋ ਐਜ਼ ਫਾਰ ਐਜ਼ ਅਫਗਾਨਿਸਤਾਨ ਇਜ਼ ਕੰਸਰਨ, ਅਫਗਾਨਿਸਤਾਨ ਹੁਣ ਪਾਸਟ ਹਿਸਟਰੀ ਆ। Afghanistan will be anew under the Taliban administration in another full 2 years. 2 ਸਾਲ ਦੇ ਵਿੱਚ। ਬਿਲਕੁਲ। ਪਰ ਡਾਕਟਰ ਸਾਹਿਬ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤੇ ਬਾਕੀ ਦੁਨੀਆ ਵੀ ਇਫੈਕਟ ਹੁੰਦੀ ਆ। ਔਰ ਜਿਸ ਤਰੀਕੇ ਨਾਲ ਰਸ਼ੀਆ ਨੇ ਜਿਹੜਾ ਬਾਬਰ ਕਾਰਮਲ ਸ਼ਾਇਦ ਉਹਨਾਂ ਦੇ ਪ੍ਰਾਈਮ ਮਿਨਿਸਟਰ ਹੁੰਦੇ ਸੀ, ਉਹਨਾਂ ਨੂੰ ਛੱਡਿਆ ਸੀ, ਉਹਨਾਂ ਨੂੰ ਜਿੱਦਾਂ ਚਰਾਏ 'ਚ ਫਾਂਸੀ ਤੇ ਲਟਕਾ ਦਿੱਤਾ ਗਿਆ, ਤੇ ਜਿਹੜੀ ਡੈਮੋਕ੍ਰੇਸੀ ਦੀ ਦਵਾਈ ਇੰਨਾ ਚਿਰ ਅਮਰੀਕਾ ਦਿੰਦਾ ਰਿਹਾ ਤੇ ਹੁਣ ਉਹਨਾਂ ਨੂੰ ਤਾਲਿਬਾਨ ਦੇ ਹਾਲ ਤੇ ਛੱਡ ਦਿੱਤਾ। ਜਾਂ ਤੇ ਉਹ ਵਿਚਾਰੇ ਦੌੜਨਗੇ ਤੇ ਜਾਂ ਫਿਰ ਉਹਨਾਂ ਨੂੰ ਫਾਇਲ ਲਾਇਆ ਜਾਊਗਾ ਜਿਸ ਤਰ੍ਹਾਂ ਉਹਨਾਂ ਨੂੰ ਲਾਇਆ ਸੀਗਾ ਰਸ਼ੀਅਨ ਪੱਖੀ ਲੋਕਾਂ ਨੂੰ। ਹੁਣ ਜਿਹੜੇ ਡੈਮੋਕ੍ਰੇਸੀ ਦੇ ਨਾਂ ਤੇ ਇੰਡੀਅਨ ਪੱਖੀ ਕਹਿ ਲਓ ਜਾਂ ਅਮਰੀਕਨ ਪੱਖੀ ਕਹਿ ਲਓ, ਉਹਨਾਂ ਨੂੰ ਉਸੇ ਤਰ੍ਹਾਂ ਦੀ ਸਜ਼ਾਵਾਂ ਮਿਲਣਗੀਆਂ। ਪਰ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਭਾਰਤ ਨੇ ਉੱਥੇ $2 ਬਿਲੀਅਨ ਜਿਹੜਾ ਉਹ ਖਰਾਬ ਕੀਤਾ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿ ਜਿਹੜਾ US ਦਾ ਦਬਾਅ ਸੀਗਾ ਕਿ ਭਾਰਤ ਵੀ ਆਪਣੀ ਆਰਮੀ ਜਿਹੜੀ ਆ ਉਹ ਭੇਜੇ, ਤੇ ਉਹ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਸਿਆਣਾ ਭਰਿਆ ਫੈਸਲਾ ਲਿਆ ਕਿ ਅਸੀਂ ਉੱਥੋਂ ਦੀ ਆਰਥਿਕ ਖੁਸ਼ਹਾਲੀ ਲਈ, ਡਿਵੈਲਪਮੈਂਟ ਲਈ ਕੰਮ ਕਰਦੇ ਨੇ, ਅਸੀਂ ਡਾਇਰੈਕਟਲੀ ਜੰਗ ਵਿੱਚ ਸ਼ਾਮਲ ਨਹੀਂ ਹੋਣਾ। ਮੈਨੂੰ ਲੱਗਦਾ ਕਿਤੇ ਨਾ ਕਿਤੇ ਚੰਗਾ ਫੈਸਲਾ ਸੀ। ਔਰ ਜਿਹੜੀ ਆਰਥਿਕ ਮਦਦ ਕਰਨੀ ਉਹ ਤੇ ਦੁਨੀਆ ਭਰ ਦਾ ਵਰਤਾਰਾ ਭਾਰਤ ਹੋਰ ਵੀ ਨੇਕਾਂ ਮੁਲਕਾਂ ਦੀ ਕਰਦਾ। ਚਲੋ ਜੇ ਕਰ ਲਈ ਉਹਦਾ ਨੁਕਸਾਨ ਵੀ ਹੋ ਗਿਆ ਤੇ ਏਡੀ ਕੋਈ ਵੱਡੀ ਗੱਲ ਨਹੀਂ। ਪਰ ਇਹ ਗੱਲ ਪਾਕਿਸਤਾਨ ਦੀ ਅੱਖ 'ਚ ਹਮੇਸ਼ਾ ਰੜਕਦੀ ਰਹੀ ਆ ਕਿ 22 ਉੱਥੇ ਉਹਨਾਂ ਖੋਲਿਆ ਜੀ ਆਪਣੇ ਰਾਜਦੂਤ ਦੇ ਆਫਿਸ, ਬਹੁਤ ਕੁਝ।
ਪਾਕਿਸਤਾਨ ਇਹ ਕਹਿੰਦਾ ਰਿਹਾ ਕਿ ਜਦੋਂ ਇਹਨਾਂ ਦੀ ਸਰਹੱਦ ਨਹੀਂ ਲੱਗਦੀ ਤੇ ਇਹਨਾਂ ਦਾ ਕੀ ਮਤਲਬ ਇੱਥੇ ਆ ਕੇ ਦਖਲ ਦੇਣ ਦਾ। ਤੇ ਲੱਗਦਾ ਵੀ ਹੈ ਕਿਤੇ ਕਿਤੇ ਕਿ ਭਾਰਤ ਨੇ ਥੋੜਾ ਜਿਹਾ ਮਤਲਬ ਓਵਰਡਿਊ ਕੀਤਾ, ਜਿਵੇਂ ਜਿੰਨਾ ਚਾਹੀਦਾ ਸੀ ਉਸ ਤੋਂ ਥੋੜਾ ਜਿਹਾ ਵੱਧ ਜਿਹੜਾ ਉੱਥੇ ਦਖਲਅੰਦਾਜ਼ੀ ਕੀਤੀ ਆ। ਚਲੋ ਕਈ ਵਾਰੀ ਗਲਤਫਹਿਮੀਆਂ ਕ੍ਰੀਏਟ ਹੋ ਜਾਂਦੀਆਂ ਨੇ। ਇਹ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਜਾਂ ਜਿਹੜੇ ਸੋ ਕਾਲਡ ਸੋਸ਼ਲ ਥਿੰਕਰਸ ਹੁੰਦੇ ਨੇ, ਉਹ ਵੀ ਕਈ ਵਾਰੀ ਗਲਤ ਸੋਚ ਲੈਂਦੇ ਨੇ। ਉਹਨਾਂ ਦਾ ਖਿਆਲ ਸੀਗਾ ਕਿ ਸ਼ਾਇਦ ਅਸੀਂ ਕਿਤੇ ਨਾ ਕਿਤੇ ਅਫਗਾਨਿਸਤਾਨ ਨੂੰ ਸਿੱਧੇ ਰਸਤੇ ਲੈ ਆਵਾਂਗੇ। ਸਿੱਧੇ ਰਸਤੇ ਇਸ ਕਰਕੇ ਨਹੀਂ ਆ ਸਕਿਆ ਅਫਗਾਨਿਸਤਾਨ ਕਿ ਮੋਸਟ ਕਰਪਟਡ ਪੋਲੀਟੀਸ਼ੀਅਨ ਜਿਹੜੇ ਨੇ ਉਹ ਅਫਗਾਨਿਸਤਾਨ ਨੂੰ ਰੂਲ ਕਰਦੇ ਰਹੇ। ਹਾਂਜੀ, ਕਾਰਜ਼ਾਈ ਵਰਗੇ, ਔਰ ਜਿਹੜੇ ਕਾਰਜ਼ਾਈ ਵਰਗੇ ਨਾਲੇ ਇੱਕ ਪਾਸੇ ਅਮਰੀਕਾ ਨੂੰ ਗਾਲਾਂ ਕੱਢਦੇ ਰਹੇ, ਨਾਲੇ ਪੈਸੇ ਲੈਂਦੇ ਰਹੇ, ਪੈਸੇ ਬਾਹਰ ਵੀ ਉਹਨਾਂ ਨੇ ਕੱਢ ਦਿੱਤੇ। ਜਿੰਨੇ ਵੀ ਪ੍ਰੈਜ਼ੀਡੈਂਟ ਬਣੇ ਨੇ ਔਰ ਜਿੰਨੀ ਵੀ ਉੱਥੇ ਐਡਮਿਨਿਸਟ੍ਰੇਸ਼ਨ ਹੈ ਬੇਇੰਤਹਾ ਕਰਪਟਡ ਸੀਗੀ, ਉਹ ਕਰਪਸ਼ਨ ਵੀ ਨਹੀਂ ਰੋਕ ਸਕੇ। ਸੋ ਉੱਥੇ ਬੇਸਿਕਲੀ 20 ਸਾਲ ਅਮਰੀਕਾ ਨੇ ਵੀ ਬਰਬਾਦ ਕੀਤੇ, ਨੈਟੋ ਦੀਆਂ ਵੀ ਟੋਟਲ ਜਿਹੜੀਆਂ ਫੋਰਸਿਸ ਨੇ ਹਜ਼ਾਰਾਂ ਦੇ ਵਿੱਚੋਂ ਮਾਰੇ ਗਏ, ਹਾਂਜੀ ਲੱਖਾਂ ਦੇ ਵਿੱਚੋਂ ਜ਼ਖਮੀ ਹੋ ਗਏ, ਔਰ ਇੰਨੀ ਤਬਾਹੀ ਜਿਹੜੀ ਹੈ ਉਹ ਅਫਗਾਨਿਸਤਾਨ ਦੀ ਹੋਈ, ਆਮ ਲੋਕਾਂ ਦੀ। ਲੇਕਿਨ ਦਿਸ ਇਜ਼ ਹਾਊ ਦਾ ਵਰਲਡ ਗੋਜ਼। ਅਫਗਾਨਿਸਤਾਨ ਜਿਹੜਾ ਪਿਛਲੇ ਤੁਸੀਂ ਦੇਖੋ ਕਿ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਹਮਲਾ ਕਰਨ ਵਾਲੇ ਆਏ ਸੀਗੇ ਉਹ ਸਾਰੇ ਦੇ ਸਾਰੇ ਖੈਬਰ ਪਾਸ ਤੋਂ ਹੀ ਤੇ ਆਏ ਸੀ, ਅਫਗਾਨਿਸਤਾਨ ਦੇ ਵਿੱਚੋਂ ਲੰਘਦੇ ਸੀਗੇ। ਅੱਛਾ, ਅਫਗਾਨਿਸਤਾਨ ਵਾਲੇ ਜਿਹੜੇ ਸੀ ਉਹ ਕਹਿੰਦੇ ਸੀ ਵੀ ਸਾਨੂੰ ਕੋਈ ਨਾ, ਤੁਸੀਂ ਕਹੋ ਤੁਸੀਂ ਲੰਘ ਜਾਓ, ਸਾਡੇ ਤੇ ਕੋਈ ਸਾਨੂੰ ਮਤਲਬ ਕੁਛ ਨਾ ਗੱਲ ਕਰੋ। ਅੱਛਾ, ਉਹ ਵੀ ਜਿਹੜੇ ਸੀਗੇ ਉਹ ਆਉਂਦੇ ਸੀ, ਕਹਿੰਦੇ ਚਲੋ ਠੀਕ ਹੈ, ਉਹ ਇੱਥੋਂ ਲੰਘ ਜਾਂਦੇ ਸੀ, ਇੱਧਰ ਆ ਜਾਂਦੇ ਸੀ, ਇੱਥੇ ਆ ਕੇ ਉਹਨਾਂ ਨੇ ਲੁੱਟ ਮੁੱਟ ਮਚਾਉਂਦੇ ਸੀ। ਅਫਗਾਨਿਸਤਾਨ ਵਿੱਚ ਤੇ ਕੋਲ ਇੰਨਾ ਕੋਈ ਹੈ ਨਹੀਂ ਸੀ ਕਿ ਅਫਗਾਨਿਸਤਾਨ ਦੇ ਵਿੱਚੋਂ ਉਹ ਲੁੱਟ ਕੇ ਕੁਛ ਲੈ ਸਕਦੇ, ਕਿਉਂਕਿ ਅਫਗਾਨਿਸਤਾਨ ਦੇ ਜਿਹੜੇ ਮਿਨਰਲਸ ਨੇ ਜਾਂ ਅਫਗਾਨਿਸਤਾਨ ਦੇ ਜਿਹੜੇ ਸੋਚਿਆ ਜਾ ਰਿਹਾ ਕਿ ਬਹੁਤ ਵੱਡਾ ਭੰਡਾਰ ਹੈ ਪੈਟਰੋਲ ਦਾ, ਹਾਂਜੀ ਅਜੇ ਤੱਕ ਐਕਸਪਲੋਇਟ ਤਾਂ ਕਿਸੇ ਨੇ ਕੀਤਾ ਨਹੀਂ, ਅਜੇ ਤੱਕ ਐਗਜ਼ੈਕਟਲੀ ਨਿਸ਼ਾਨਬਾਜ਼ੀ ਵੀ ਨਹੀਂ ਹੋਈ ਵੀ ਕਿੱਥੇ ਕੀ ਹੈਗਾ। ਸੋ ਇਹ ਆਉਣ ਵਾਲਾ ਟਾਈਮ ਜਿਹੜਾ ਇਹ ਜਿਹੜੇ ਹੁਣ ਆਣੇ ਤਾਲਿਬਾਨ, ਹੁਣ ਉਹ ਤਾਂ ਬਿਲੀਵ ਹੀ ਨਹੀਂ ਕਰਦੇ ਇਹਨਾਂ ਚੀਜ਼ਾਂ ਦੇ ਵਿੱਚ। ਉਹ ਤਾਂ ਕਹਿੰਦੇ ਨੇ ਠੀਕ ਹੈ ਜਿਹੋ ਜਿਹੀ ਜੋ ਚੱਲ ਰਿਹਾ ਹੈ ਉਸੇ ਨੂੰ ਪਹਿਲਾਂ ਚਲਾ ਲਓ। ਠੀਕ, ਉਹਨਾਂ ਨੇ ਇੰਡਸਟਰੀ ਵਾਲ ਜਾਂ ਦੂਜੇ ਪਾਸੇ ਕਿਆ ਜਾਣਗੇ ਜਾਂ ਨਹੀਂ ਜਾਣਗੇ, ਇਹ ਬੜਾ ਇੱਕ ਮੈਂ ਸਮਝਦਾ ਕਿ ਕੁਐਸਚਨ ਮਾਰਕ ਹੈਗਾ ਤਾਲਿਬਾਨ ਬਿਲਕੁਲ। ਦੇ। ਡਾਕਟਰ ਸਾਹਿਬ ਇੱਕ ਅੰਤਮ ਸਵਾਲ ਕਰਨਾ ਤੁਹਾਨੂੰ ਅਫਗਾਨਿਸਤਾਨ ਦੇ ਸੰਬੰਧ 'ਚ, ਫਿਰ ਆਪਾਂ ਦੂਜੀ ਗੱਲ ਕਰਦੇ ਹਾਂ। ਪਰ ਜਿਹੜੀ ਗੱਲ ਤੁਸੀਂ ਕਹੀ ਆ ਕਿ ਮੋਸਟ ਕਰਪਟਡ ਸੀਗਾ ਕਰਜ਼ਾਈ, ਉਹ ਭਾਰਤ ਤੋਂ ਪੜ੍ਹ ਕੇ ਆਇਆ ਸੀ ਜੀ, ਆਪਾਂ ਸਾਰੇ ਜਾਣਦੇ ਹਾਂ। ਔਰ ਮੇਰੇ ਖਿਆਲ 'ਚ ਭਾਰਤੀ ਹਾਕਮਾਂ ਵਾਲੀ ਜਿਹੜੀ ਉਹ ਅਕਲ ਜਾਂ ਜਿਹੜੀ ਉਹ ਹੈਗੀ ਹੈ ਸੇਧ, ਉਹ ਵੀ ਲੈ ਕੇ ਉੱਥੋਂ ਆ ਗਿਆ ਹੋਵੇਗਾ, ਜਾਂ ਹੋਰ ਕੀ ਕਾਰਨ ਹੋ ਸਕਦੇ ਇਹਦੇ ਮੈਨੂੰ ਪਤਾ ਨਹੀਂ ਆ। ਪਰ ਉਹਦਾ ਪਿਛੋਕੜ ਜਿਹੜਾ ਉਹ ਕਹਿੰਦੇ ਸ਼ਿਮਲਾ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ ਸੀਗਾ, ਔਰ ਭਾਰਤ ਦਾ ਪੜ੍ਹਿਆ ਲਿਖਿਆ ਸੀ, ਬੜੇ ਮਾਣ ਨਾਲ ਕਹਿੰਦੇ ਸੀ ਕਿ ਉਹ ਭਾਰਤ ਤੋਂ ਪੜ੍ਹ ਕੇ ਗਿਆ ਹੋਇਆ। ਤੇ ਜੇ ਅੱਜ ਉੱਥੇ ਸਾਰੀਆਂ ਡੈਮੋਕ੍ਰੈਟਿਕ ਤਾਕਤਾਂ ਦੇ ਫੇਲਰ ਹੋਣ ਤੋਂ ਬਾਅਦ ਆਪਾਂ ਉਹਨਾਂ ਦੀ ਕੱਲੀ ਕਰਪਸ਼ਨ ਨੂੰ ਦੇ ਦਈਏ ਜ਼ਿੰਮੇਵਾਰੀ, ਤੇ ਮੇਰੇ ਖਿਆਲ ਉਹ ਨਹੀਂ ਹੈ, ਉਹਦੇ ਵਿੱਚ ਹੋਰ ਬਹੁਤ ਸਾਰੇ ਫੈਕਟਰ ਜਿਹੜੇ ਤੁਸੀਂ ਕਹੇ ਆ। ਪਰ ਮੇਰਾ ਸਵਾਲ ਇਹ ਆ ਉਲਟਾ ਕਿ ਆਪਾਂ ਅੱਜ ਤੱਕ ਇਹ ਕਹਿੰਦੇ ਆਏ ਆ ਕਿ ਅਮਰੀਕਾ ਉੱਥੇ ਦਖਲ ਦਿੰਦਾ ਹੈ ਜਿੱਥੋਂ ਉਹਨੂੰ ਸਿੱਧਾ ਫਾਇਦਾ ਹੁੰਦਾ, ਤੇਲ ਲੁੱਟਣਾ ਹੁੰਦਾ, ਉੱਥੋਂ ਦੇ ਭੰਡਾਰ ਲੁੱਟਣੇ ਹੁੰਦੇ ਆ। ਅਫਗਾਨਿਸਤਾਨ ਇੱਕ ਐਸਾ ਖਿੱਤਾ, ਤੁਸੀਂ ਖੁਦ ਹੀ ਕਿਹਾ ਕਿ ਭਾਵੇਂ ਉੱਥੇ ਸਭ ਕੁਝ ਹੋਵੇ, ਮਿਨਰਲ ਹੋਣ, ਆਇਲ ਹੋਵੇ, ਪਰ ਉਹਦੇ ਤੇ ਕਿਸੇ ਨੇ ਧਿਆਨ ਨਹੀਂ ਕੀਤਾ ਜਾਂ ਉਹਦੇ ਵੱਲ ਕੋਈ ਅਜੇ ਖੋਜ ਵੀ ਨਹੀਂ ਸ਼ੁਰੂ ਹੋਈ। ਤੇ ਫਿਰ ਉਹ ਖਿੱਤਾ ਐਸਾ ਕਿਉਂ ਆ ਵੀ ਰਸ਼ੀਆ ਵੀ ਚਾਹੁੰਦਾ ਉੱਥੇ ਕਬਜ਼ਾ ਕਰਾਂ, ਚਾਈਨਾ ਵੀ ਚਾਹੁੰਦਾ ਉੱਥੇ ਕਬਜ਼ਾ ਕਰਾਂ, ਇਹ ਆਪਣਾ ਅਮਰੀਕਾ ਵੀ ਚਾਹੁੰਦਾ ਆ, ਭਾਰਤ ਵੀ ਦਖਲਅੰਦਾਜ਼ੀ ਦਿੰਦਾ। ਉਹ ਛੋਟਾ ਜਿਹਾ ਮੁਲਕ ਦੁਨੀਆ ਦੇ ਕਿਉਂ ਨਜ਼ਰ ਦੇ ਵਿੱਚ ਚੜਿਆ ਹੋਇਆ ਖਾਸ ਕਰਕੇ? ਨਹੀਂ ਦੇਖੀਏ, ਪਹਿਲੀ ਗੱਲ ਤੇ ਹੈ ਕਿ ਜਿਹੜਾ ਅਮਰੀਕਾ ਦਾ ਉੱਥੇ ਜਾਣਾ ਸੀ ਨਾ, ਜਦੋਂ 2001 ਦੇ ਵਿੱਚ 26/11 ਹੋਇਆ, ਉਹ ਇੱਕ ਬਹੁਤ ਵੱਡਾ ਚਪੇੜ ਵੀ ਨਹੀਂ, ਮੈਂ ਤਾਂ ਕਹਿੰਦਾ ਬੜਾ ਵੱਡਾ ਖੂਨੀ ਮੁੱਕਾ ਜਿਹੜਾ ਸੀ ਮਾਰਿਆ ਗਿਆ ਸੀ ਇਹਨਾਂ ਦੇ। ਸੋ ਇਸ ਕਰਕੇ ਉਹਨਾਂ ਨੂੰ ਐਕਸ਼ਨ ਤੇ ਲੈਣਾ ਪੈਣਾ ਸੀ ਅਫਗਾਨਿਸਤਾਨ ਦੇ ਅੱਗੇ। ਨਾਲੇ ਉਹਨਾਂ ਦਿਨਾਂ 'ਚ ਅਫਗਾਨਿਸਤਾਨ ਦੇ ਵਿੱਚ ਜਿਹੜੇ ਅਲ ਕਾਇਦਾ ਸੀਗਾ, ਦੇ ਵਰ ਨਾਟ ਅਫਗਾਨੀਸ ਜੀ, ਉਹ ਬੇਸਿਕਲੀ ਬਾਹਰੋਂ ਆਏ ਹੋਏ ਸੀਗੇ ਔਰ ਉਹ ਰੂਲ ਕਰ ਰਹੇ ਸੀਗੇ ਆਪਣਾ ਅਫਗਾਨ ਦੇ ਉੱਪਰ। ਹੁਣ ਕੁਐਸਚਨ ਇਹ ਹੋਇਆ ਕਿ ਇਹ ਜਦੋਂ ਉੱਥੇ ਗਏ, ਇਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਉੱਥੋਂ ਦੇ ਲੋਕਾਂ ਦੀ ਬਿਹਤਰੀ ਵੱਲ ਧਿਆਨ ਦਿੰਦੇ, ਨਾ ਕਿ ਸਿਰਫ ਤੇ ਸਿਰਫ ਆਰਮਾਮੈਂਟਸ ਜਾਂ ਆਰਮੀ ਦੇ ਨਾਲ ਲੜਾਈਆਂ ਲੜਦੇ ਰਹਿੰਦੇ। ਅਗਰ ਲੋਕਾਂ ਦੀ ਬਿਹਤਰੀ ਵੱਲ, ਜਵਾਨਾਂ ਦੀਆਂ ਨੌਕਰੀਆਂ ਲਈ ਉੱਥੇ ਆਪਣੇ ਕੀ ਕਹਿੰਦੇ ਨੇ ਉਹ ਕੋਈ ਇੰਡਸਟਰੀਆਂ ਲਗਾਉਂਦੇ, ਉੱਥੇ ਫਰੂਟ ਬੜਾ ਹੁੰਦਾ, ਉਹਦੀ ਪੈਕੇਜਿੰਗ ਦੀ ਇੰਡਸਟਰੀ ਲਗਾ ਦਿੰਦੇ ਹੋਰ ਪਾਸੇ। ਤੇ ਜਿਹੜੇ ਉੱਥੋਂ ਦੇ ਲੋਕ ਸੀਗੇ ਸ਼ਾਇਦ ਉਹ ਮਤਲਬ ਜਿਹੜੇ ਇਲੀਗਲ ਉੱਥੇ ਫਸਲਾਂ ਹੁੰਦੀਆਂ ਪਈਆਂ ਨੇ ਓਪੀਐਮ ਦੀਆਂ ਜਾਂ ਦੂਜੀਆਂ, ਉਸ ਪਾਸੇ ਨੂੰ ਨਾ ਤੁਰਦੇ। ਲੇਕਿਨ ਜਿੰਨੇ ਵੀ ਦੁਨੀਆ ਦੇ ਵਿੱਚ ਅੱਜ ਤੱਕ ਆਏ ਨੇ
ਦੂਸਰੇ ਮੁਲਕਾਂ ਦੇ ਉੱਪਰ ਕਬਜ਼ਾ ਕਰਨ ਲਈ। ਉਹ ਇੱਕ ਤੁਹਾਡੀ ਗੱਲ ਠੀਕ ਹੈ ਕਿ ਇਸੇ ਕਰਕੇ ਆਏ ਨੇ ਕਿ ਇੱਥੋਂ ਕੋਈ ਨਾ ਕੋਈ ਲੈ ਜਾਈਏ। ਸੋ ਲੈ ਕੇ ਤੇ ਕੀ ਜਾਣਾ ਸੀਗਾ, ਮਤਲਬ ਵੈਸਟਰਨ ਕੰਟਰੀਜ਼ ਨੇ ਉੱਥੇ ਗਵਾ ਕੇ ਹੀ ਆਏ ਨੇ, ਆਪਣੇ ਬੰਦੇ ਵੀ ਮਰਵਾ ਕੇ ਆਏ ਨੇ, ਹਾਂਜੀ, ਔਰ ਪੈਸਾ ਵੀ ਬਰਬਾਦ ਕਰਕੇ ਆਏ ਨੇ। ਦੇ ਹੈਵ ਨਾਟ ਗੇਨਡ ਐਨੀਥਿੰਗ ਆਊਟ ਆਫ ਇਟ। ਜੀ ਡਾਕਟਰ ਸਾਹਿਬ, ਇੱਕ ਛੋਟਾ ਜਿਹਾ ਮੁਲਕ ਹੇਤੀ, ਉਹਦੇ ਪ੍ਰੈਜ਼ੀਡੈਂਟ ਦਾ ਪਿਛਲੇ ਦਿਨੀ ਕਤਲ ਹੋਇਆ ਤੇ ਉਹ ਕਹਿ ਰਿਹਾ ਕਿ ਜਿਹੜਾ ਸਸਪੈਕਟ ਆ ਉਹ ਫਲੋਰੀਡਾ ਚ ਸੀਗਾ ਬੰਦਾ, ਤੇ ਹੈਗਾ ਉਹ ਹੇਤੀ ਦਾ ਹੀ ਸੀ ਉਹਦੀ ਬੈਕਗ੍ਰਾਉਂਡ, ਤੇ ਉਹਦਾ ਕਤਲ, ਜਿਹੜੇ ਹੇਤੀ ਬਾਰੇ ਵੀ ਆਪਾਂ ਖਬਰਾਂ ਬਹੁਤ ਦੁਨੀਆ ਦੇ, ਜਦੋਂ ਆਪਾਂ ਇਤਿਹਾਸ ਪੜ੍ਹਨਾ ਸ਼ੁਰੂ ਤੋਂ ਪੜ੍ਹਦੇ ਆਏ ਆ, ਗਰੀਬ ਮੁਲਕ ਹੈ, ਪਿੱਛੇ ਚਲੋ ਕੁਦਰਤੀ ਵੀ ਉੱਤੇ ਬਹੁਤ ਮਾਰ ਪਈ, ਔਰ ਕਿਹਾ ਜਾਂਦਾ ਹੈ ਕਿ ਕਿਸੇ ਜ਼ਮਾਨੇ 'ਚ ਇਹਨਾਂ ਛੋਟੇ ਛੋਟੇ ਮੁਲਕਾਂ 'ਚ ਵੀ ਅਮਰੀਕਾ ਨੇ ਕਾਫੀ ਦਖਲਅੰਦਾਜ਼ੀ ਕੀਤੀ ਸੀ, ਤੇ ਜਿਹੜੀ ਉੱਥੋਂ ਦੇ ਸ਼ਾਸਨ ਸੀ ਉਹਨੂੰ ਕਾਫੀ ਡਿਸਟਰਬ ਕੀਤਾ ਸੀ, ਯਾਨੀ ਕਿ ਉੱਥੋਂ ਦੀ ਡੈਮੋਕ੍ਰੇਸੀ ਨੂੰ ਆਪਣੇ ਢੰਗ ਦੀ ਡੈਮੋਕ੍ਰੇਸੀ ਬਣਾਉਣ ਲਈ ਹੇਤੀ ਦੇ ਉੱਤੇ ਵੀ ਕਾਫੀ ਦਖਲਅੰਦਾਜ਼ੀ ਰਹੀ ਹੈ ਨਾ ਵੈਸਟਰਨ ਮੁਲਕਾਂ ਦੀ, ਤੇ ਅਜੇ ਤੱਕ ਉੱਥੇ ਵੀ ਹਾਲਾਤ ਜਿਹੜੇ ਆ ਉਹ ਨਾ ਸਾਜ਼ਗਾਰ ਬਣੇ ਹੋਏ ਜੀ। ਦੇਖੋ, ਹੇਤੀ ਦੇ ਵਿੱਚ ਜਿਹੜੇ ਹੇਤੀ ਦੀ ਪਾਪੂਲੇਸ਼ਨ ਮਾਈਗ੍ਰੇਟ ਹੋਈ ਹੈ ਨਾ, ਜਾਂ ਕਿਊਬਾ ਦੀ, ਜਾਂ ਜਿਹੜੇ ਆਈਲੈਂਡਸ ਨੇ, ਉਹ ਜ਼ਿਆਦਾ ਫਲੋਰੀਡਾ ਦੇ ਵਿੱਚ ਹੀ ਸੈਟਲ ਹੋਏ ਨੇ। ਔਰ ਤੁਸੀਂ ਦੇਖਿਆ ਕਿ ਹੇਤੀ ਬੇਸਡ ਸਾਡੇ ਇੱਥੇ ਗਵਰਨਰ ਜਨਰਲ ਜਿਹੜੀ ਹੈ ਉਹ ਵੀ ਬਣੀ ਸੀਗੀ, ਸ਼ੀ ਵਾਜ਼ ਆਲਸੋ ਬੋਰਨ ਇਨ ਹੇਤੀ, ਔਰ ਇੱਥੇ ਇਮੀਗ੍ਰੈਂਟ ਹੋ ਕੇ ਆਈ ਸੀਗੀ। ਸੋ ਹੇਤੀ ਦੇ ਨਾਲ ਬੜਾ ਪੁਰਾਣਾ ਰਿਲੇਸ਼ਨਸ਼ਿਪ ਹੈਗਾ, ਖਾਸ ਕਰਕੇ ਕੈਨੇਡਾ ਔਰ ਅਮਰੀਕਾ ਦਾ, ਲੇਕਿਨ ਉੱਥੋਂ ਦੀ ਗਰੀਬੀ ਵੱਲ ਕਿਸੇ ਨੇ ਅੱਜ ਤੱਕ ਧਿਆਨ ਨਹੀਂ ਦਿੱਤਾ। ਔਰ ਉੱਥੇ ਜਿਹੜੇ ਬੜੀ ਤਬਾਹੀ, ਤੁਹਾਨੂੰ ਪਤਾ ਫਲੱਡਸ ਆਏ ਸੀ ਇੱਕ ਵਾਰੀ, ਇੰਨੇ ਬੁਰੇ ਆਏ ਫਲੱਡਸ ਕਿ ਹੇਤੀ ਨੂੰ ਸਮਝ ਹੀ ਨਹੀਂ ਆਈ ਉਹ ਕੀ ਕਰ ਸਕਣ। ਦੇ ਵਰ ਨੀਅਰ ਅਬਾਊਟ ਅੱਧੇ ਤੋਂ ਜ਼ਿਆਦਾ ਤੇ ਖਤਮ ਹੀ ਹੋ ਗਏ ਸੀਗੇ। ਸੋ ਹੇਤੀ ਜਿਹੜਾ ਇਟਸ ਅ ਵੈਰੀ ਸਮਾਲ ਆਈਲੈਂਡ, ਇਟ ਡਜ਼ਨਟ ਹੈਵ ਦੈਟ ਮਚ ਇੰਪੋਰਟੈਂਸ। ਲੇਕਿਨ ਹਾਂ, ਇਨਸਾਨ ਕਿਤੇ ਵੀ ਇੱਕ ਮਰੇ, ਭਾਵੇਂ ਉਹ ਕੁਦਰਤ ਦੀ ਲਪੇਟ ਦੇ ਵਿੱਚ ਆ ਕੇ ਮਰੇ ਜਾਂ ਉਹ ਵੈਸਟਰਨ ਫਿਲਾਸਫੀ ਦੀ ਮੁਤਾਬਕ ਉੱਥੇ ਉਹਨਾਂ ਦੇ ਹੱਕ ਦੇ ਵਿੱਚ ਜਾਂ ਉਹਨਾਂ ਦੇ ਅਗੇਂਸਟ ਜਾ ਕੇ ਮਰੇ, ਇਨਸਾਨ ਦਾ ਮਰਨਾ ਜਿਹੜਾ ਉਹ ਦੁਖਦਾਈ ਹੈ। ਔਰ ਇਹਦੇ ਬਾਰੇ ਅਜੇ ਤੱਕ ਵੈਸਟਰਨ ਵਰਲਡ ਕੀ ਕਦੇ ਵੀ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਵੀ ਨੋ ਅਬਾਊਟ ਇਟ, ਔਰ ਇਹ ਇੱਦਾਂ ਹੀ ਚੱਲਦਾ ਰਹਿਣਾ। ਦੇਖੋ, ਆਪਾਂ ਰਿਐਲਿਟੀ ਦੀ ਗੱਲ ਕਰੀਏ ਬੇਸਿਕਲੀ ਕਿ ਇਹ ਦੁਨੀਆ ਦੇ ਵਿੱਚ ਸਿਸਟਮ ਜਿਹੜਾ ਚੱਲ ਰਿਹਾ, ਉਹ ਸਿਸਟਮ ਨੂੰ ਕਿਆ ਅਸੀਂ ਰੋਕ ਸਕਦੇ ਹਾਂ ਜਾਂ ਨਹੀਂ ਰੋਕ ਸਕਦੇ, ਦੈਟਸ ਵਾਟ ਇਟ ਇਜ਼। ਹੁਣ ਪ੍ਰੈਜ਼ੀਡੈਂਟ ਦੇ ਮਹਿਲ ਦੇ ਵਿੱਚ ਜਾ ਕੇ ਮਾਰ ਦੇਣਾ, ਹਾਂਜੀ, ਉਹਦੀ ਵਾਈਫ ਨੂੰ ਵੀ ਜ਼ਖਮੀ ਕਰ ਦੇਣਾ, ਇਹ ਇੱਕ ਬੜੀ ਵੱਡੀ ਕੰਸਪੀਰੇਸੀ ਹੈ। ਇਹਦੇ ਪਿੱਛੇ ਉਹ ਕਿਹਾ ਜਾ ਰਿਹਾ ਕਿ ਅਗਰ ਕੋਈ ਹੇਤਨ, ਦੇਖੋ ਜਦੋਂ ਤੁਹਾਨੂੰ ਯਾਦ ਹੈ 1961 ਦੇ ਵਿੱਚ ਅਟੈਕ ਕੀਤਾ ਗਿਆ ਸੀ ਕਿਊਬਾ ਦੇ ਉੱਪਰ। ਅੱਛਾ, ਜਦੋਂ ਅਟੈਕ ਕੀਤਾ ਕਿਹਨੇ ਨੇ ਕੀਤਾ? ਉਹ ਜਿਹੜੇ ਕਿਊਬਨ ਆ ਕੇ ਸੈਟਲ ਹੋਏ ਸੀ ਫਲੋਰੀਡਾ ਦੇ ਵਿੱਚ, ਉਹਨਾਂ ਨੂੰ ਅਮਰੀਕਨ ਨੇ ਭੇਜ ਦਿੱਤਾ ਵੋਟਾਂ ਦੇ ਵਿੱਚ। ਅੱਛਾ, ਆਪਣੀ ਫੌਜ ਨਹੀਂ ਭੇਜੀ, ਉਹਨਾਂ ਨੂੰ ਭੇਜ ਦਿੱਤਾ ਮਰਨ ਲਈ। ਸੋ ਇਹ ਇੱਕ ਜਿੱਥੇ ਇਹਨਾਂ ਨੂੰ ਚਾਹੀਦਾ ਸੀ ਐਕਸ਼ਨ ਲੈਣਾ, ਉੱਥੇ ਲਿਆ ਨਹੀਂ, ਜਿੱਥੇ ਨਹੀਂ ਸੀ ਚਾਹੀਦਾ ਉੱਥੇ ਜਾ ਕੇ ਲੈਂਦੇ ਨੇ। ਸੋ ਪਾਲਿਸੀਜ਼ ਜਿਹੜੀਆਂ ਨੇ ਸੋਚਣ ਵਾਲੇ ਕਈ ਵਾਰੀ ਬਹੁਤ ਗਲਤ ਸੋਚ ਲੈਂਦੇ ਨੇ, ਔਰ ਫਿਊਚਰ ਵੀ ਉਹਨਾਂ ਦਾ ਫਿਰ ਕਈ ਵਾਰੀ ਬੜਾ ਨਿਰਾਸ਼ਜਨਕ ਹੁੰਦਾ। ਜੀ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਕਿਊਬਾ ਦਾ ਜ਼ਿਕਰ ਕੀਤਾ, ਤੇ ਕਿਊਬਾ ਵਿੱਚ ਵੀ ਅਨਰੈਸਟ ਚੱਲ ਰਹੀ ਆ ਕਾਫੀ ਵੱਡੀ ਪੱਧਰ ਤੇ, ਉੱਥੇ ਸਟ੍ਰਾਈਕ ਚੱਲ ਰਹੀ ਆ, ਔਰ ਉਹ ਬਲੇਮ ਕਰ ਰਹੇ ਆ ਕਿ ਇਹਦੇ ਪਿੱਛੇ ਜਿਹੜੇ ਟਰੰਪ ਦੀਆਂ ਪਾਲਿਸੀਜ਼ ਨੇ ਉਹ ਜ਼ਿੰਮੇਵਾਰ ਨੇ, ਤੇ ਬਾਈਡਨ ਨੇ ਵੀ ਜਿਹੜੇ ਪ੍ਰੋਟੈਸਟਰ ਨੇ ਉਹਨਾਂ ਦੀ ਬੈਕ ਤੇ ਨੇ, ਉਹਨਾਂ ਦੀ ਹੁਣ ਸਪੋਰਟ ਕਰ ਰਹੇ ਆ। ਔਰ ਜਿਹੜੇ ਲੈਫਟ ਵਾਲੇ ਲੋਕ ਨੇ, ਲੈਫਟ ਵਾਲੀ ਧਿਰ ਹੈ, ਉਹ ਅੱਜ ਵੀ ਕਿਤੇ ਨਾ ਕਿਤੇ ਬੜਾ ਪ੍ਰਾਊਡਲੀ ਕਹਿੰਦੇ ਆ ਕਿ ਕਿਊਬਾ ਇੱਕ ਐਸਾ ਮੁਲਕ ਆ ਜਿਹਨੇ ਅਜੇ ਤੱਕ ਜਿਹੜਾ ਉਹਨੂੰ ਸੰਭਾਲ ਕੇ ਰੱਖਿਆ, ਜਿਹੜਾ ਅਸੀਂ ਸਮਾਜਵਾਦ ਦਾ ਸੁਪਨਾ ਲੈ ਰਹੇ ਆ। ਦੁਨੀਆ ਦੇ ਸਭ ਤੋਂ ਵੱਧ ਡਾਕਟਰ ਉੱਥੇ ਆ, ਸਭ ਤੋਂ ਵੱਧ ਐਜੂਕੇਸ਼ਨ ਉੱਥੇ ਫ੍ਰੀ ਹੁੰਦੀ ਆ, ਉੱਥੇ ਬਹੁਤ ਵਧੀਆ ਸਿਸਟਮ ਹੈ। ਮੈਨੂੰ ਆਪਣੇ ਦੋਸਤ ਸ਼ਸ਼ੀਦ ਵੀ ਇੱਕ ਦਿਨ ਕਹਿ ਰਹੇ ਸੀ ਕਿ ਭਾਜੀ ਕਿਊਬਾ ਦਾ ਚੱਕਰ ਲਾਓ। ਮੈਂ ਤਾਂ ਅੱਗੇ ਵੀ ਗੱਲ ਕੀਤੀ, ਸ਼ਾਇਦ ਤੁਸੀਂ ਸੁਣੀ ਆ ਕਾਲੋ ਸਾਹਿਬ ਨਾਲ, ਸਾਲ 2 ਸਾਲ ਬਾਅਦ ਕਿਊਬਾ ਵੀ ਕਿਊਬਾ ਨਹੀਂ ਰਹਿਣਾ। ਸੋ ਕਿਊਬਾ ਜਿਹੜਾ ਆ ਉੱਥੇ ਵੀ ਬੜੀਆਂ ਭਾਰੀ ਤਬਦੀਲੀਆਂ ਆਉਣ ਵਾਲੇ ਦਿਨਾਂ 'ਚ ਹੋ ਜਾਣੀਆਂ ਨੇ, ਔਰ ਕਿਊਬਾ ਦੇ ਵਿੱਚ ਅਨਰੈਸਟ ਆ, ਸਿੰਗਾਪੁਰ 'ਚ ਅਨਰੈਸਟ ਚੱਲ ਰਹੀ ਬੜੇ ਚਿਰ ਦੀ, ਪਰ ਜੋ ਕੁਝ ਦੁਨੀਆ ਤੇ ਵਰਤਾਰੇ ਚੱਲ ਰਹੇ ਆ ਉਹਦਾ ਕੋਈ ਦਖਲ ਨਹੀਂ ਦਿੰਦੀਆਂ ਬਾਹਰ ਦੀਆਂ ਫੋਰਸਸ, ਉਹਨਾਂ ਦੇ ਹਾਲ ਤੇ ਛੱਡ ਦਿੱਤਾ ਜਾਂਦਾ ਮੈਨੂੰ ਲੱਗਦਾ। ਦੇਖੀਏ, ਕਿਊਬਾ ਦੀ ਰਿਐਲਿਟੀ ਤੇ ਹੈ, ਜਿੰਨੇ ਵੀ ਬੰਦੇ ਗਏ ਨੇ ਸਾਡੇ, ਮੇਰੇ ਆਫਿਸ ਦੀ ਬਿਲਡਿੰਗ ਦੇ ਵਿੱਚੋਂ ਹੀ ਕਮ ਸੇ ਕਮ 10-15 ਐਸੇ ਬੰਦੇ ਨੇ ਜਿਹੜੇ ਹਰ ਸਾਲ ਜਾਂਦੇ ਨੇ।
ਹਾਂਜੀ ਉੱਥੇ ਜਾ ਕੇ 2-2 ਹਫ਼ਤੇ ਰਹਿ ਕੇ ਆਉਂਦੇ ਨੇ। ਹਾਲਤ ਇਹ ਹੈ, ਸੱਚਾਈ ਤੇ ਇਹ ਹੈ, ਬਾਕੀ ਲੈਫਟ ਜੋ ਮਰਜ਼ੀ ਸੋਚਣ ਕਿ ਮੋਰ ਦੈਨ 50% ਜਿਹੜੇ ਨੇ ਜੀ ਉਹ ਬਹੁਤ ਜ਼ਿਆਦਾ ਗਰੀਬੀ ਦੇ ਵਿੱਚ ਰਹਿੰਦੇ ਨੇ, ਬਹੁਤ ਗਰੀਬੀ ਦੇ ਵਿੱਚ। ਉਹਨਾਂ ਦਾ ਜਿਹੜਾ ਲੈਵਲ ਹੈ ਉਹ ਬਹੁਤ ਹੀ ਨੀਚੇ ਪਹੁੰਚਿਆ ਦਾ। ਉੱਥੇ ਵੀ ਕੀ ਹੋਇਆ, ਕਿਊਬਾ ਦੇ ਵਿੱਚ ਵੀ ਜਦੋਂ ਕਮਿਊਨਿਸਟ ਰਜੀਮ ਆਇਆ ਤੇ ਉੱਥੇ ਵੀ ਐਲੀਟ ਕਲਾਸ ਕ੍ਰੀਏਟ ਹੋ ਗਈ। ਹਾਂਜੀ ਉਹੀ ਕਮਿਊਨਿਸਟ ਜਿਹੜੀ ਮੈਂ ਅੱਗੇ ਵੀ ਤੁਹਾਡਾ ਕਈ ਵਾਰੀ ਗੱਲ ਕੀਤੀ ਹੈ ਕਿ ਐਲੀਟਸ ਨੂੰ ਖਤਮ ਕਰਨ ਲਈ ਉੱਥੇ ਜਾਂਦੇ ਸੀ ਔਰ ਖੁਦ ਐਲੀਟ ਬਣ ਜਾਂਦੇ ਸੀ ਜੀ। ਹੁਣ ਤੁਸੀਂ ਇਹ ਦੇਖੋ ਕਿ ਫਿਡਲ ਕਾਸਟਰੋ ਦੇ ਬਾਰੇ ਉਹ ਗਲਤ ਹੈ, ਠੀਕ ਹੈ, ਇਹਦਾ ਮੈਨੂੰ ਨਹੀਂ ਪਤਾ, ਲੇਕਿਨ ਇੱਥੋਂ ਤੱਕ ਕਿਹਾ ਜਾਂਦਾ ਕਿ 1 ਬਿਲੀਅਨ ਤੋਂ ਜ਼ਿਆਦਾ ਉਹਦੀ ਪ੍ਰਾਪਰਟੀ ਹੈਗੀ ਹੈ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਦੋਂ ਸਾਹਮਣੇ ਆਉਂਦੀਆਂ ਨੇ, ਅਗਰ ਪਿਛਲੇ 70 ਸਾਲ 80 ਸਾਲਾਂ ਦੇ ਵਿੱਚ ਹਾਂਜੀ ਅਗਰ ਕਿਊਬਾ ਦੇ ਜਿਹੜੇ ਰਜੀਮ ਵਾਲੇ ਨੇ, ਕਾਸਟਰੋ, ਫਿਡਲ ਔਰ ਉਹਦਾ ਭਰਾ ਜਿਹੜਾ ਹੈਗਾ ਸੀਗਾ, ਅਗਰ ਉਹ ਸਟੈਂਡਰਡ ਆਫ ਲਿਵਿੰਗ ਵੀ ਲੋਕਾਂ ਦਾ ਇੱਕ ਮਿਨੀਮਮ ਟੌਪ ਤੇ ਨਹੀਂ ਪਹੁੰਚਾ ਸਕੇ, ਦੈਟ ਮੀਨਸ ਦੇ ਵਰ ਫੇਲੀਅਰਸ। ਔਰ ਲੋਕ ਹੁਣ ਜਦੋਂ ਭੁੱਖੇ ਮਰਦੇ ਨੇ ਉਹਨਾਂ ਨੇ ਸੜਕਾਂ ਤੇ ਆਉਣਾ ਹੀ ਹੁੰਦਾ। ਤੁਸੀਂ ਦੇਖੋ ਕਿ ਚਾਈਨਾ ਦੇ ਵਿੱਚ ਵੀ ਜਦੋਂ ਲੋਕ ਸੀਗੇ ਉੱਥੇ ਵੀ ਅਸੀਂ ਇਹ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਚਾਈਨਾ ਫੋਰਸਿਸ ਨੇ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਸੀਗਾ ਬਹੁਤ ਜ਼ੁਲਮ ਕਰਕੇ ਟੈਂਕਾਂ ਦੇ ਥੱਲੇ ਵੀ ਮਾਰ ਦਿੱਤਾ। ਲੇਕਿਨ ਤੁਸੀਂ ਸਿੰਗਾਪੁਰ ਦੀ ਗੱਲ ਕੀਤੀ, ਸਿੰਗਾਪੁਰ ਦੇ ਵਿੱਚ ਕੁਝ ਨਹੀਂ ਹੋ ਰਿਹਾ। ਸਿੰਗਾਪੁਰ ਇਜ਼ ਵਨ ਆਫ ਦਾ ਬੈਸਟ ਕੰਟਰੀਜ਼ ਇਨ ਦਾ ਵਰਲਡ। ਹਾਂਗਕਾਂਗ 'ਚ ਜਿਹੜੀਆਂ ਡੈਮੋਨਸਟ੍ਰੇਸ਼ਨਾਂ ਨੇ ਜੀ, ਹਾਂਗਕਾਂਗ, ਮੈਂ ਸਿੰਗਾਪੁਰ ਬੋਲ ਗਿਆ। ਉਹ ਹਾਂਗਕਾਂਗ ਜਿਹੜਾ ਉਹ ਵੀ ਚਾਈਨਾ ਨੇ ਦਬਾ ਦਿੱਤਾ। ਹੁਣ ਅੱਜ ਕੋਈ ਬੋਲਦਾ ਹੀ ਨਹੀਂ ਪਿਆ। ਹਾਂਗਕਾਂਗ ਦੇ ਵਿੱਚ ਜਿਹੜੇ ਇੰਡੀਪੈਂਡੈਂਟ ਅਖਬਾਰ ਸੀ ਬੰਦ ਕਰ ਦਿੱਤੇ ਉਹਨਾਂ ਨੇ, ਲੋਕਾਂ ਨੂੰ ਚੁੱਕ ਕੇ ਜੇਲ੍ਹ 'ਚ ਦੇ ਦਿੱਤਾ, ਗੱਲ ਖਤਮ ਹੋ ਗਈ। ਜਿਹੜਾ ਸਪਰੈਸ਼ਨ ਹੈ ਨਾ, ਉਹਦੇ ਲਈ ਲੋਕਾਂ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਅੱਗੇ ਆਉਣ ਲਈ, ਪਰ ਫਿਰ ਅੱਗੇ ਆ ਕੇ ਮਰਨ ਵਾਲੀ ਗੱਲ ਹੈ ਨਾ। ਸੋ ਇਨਸਾਨ ਬਹੁਤ ਘੱਟ ਇਹੋ ਜਿਹੇ ਹੁੰਦੇ ਨੇ ਜਿਹੜੀਆਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਜਦੋਂ ਕਿ ਵਰਲਡ ਇੱਕ ਇਸ ਲੈਵਲ ਤੇ ਪਹੁੰਚ ਚੁੱਕਿਆ ਦਾ, ਹਾਂਗਕਾਂਗ ਦਾ ਸਟੈਂਡਰਡ ਆਫ ਲਿਵਿੰਗ ਇਜ਼ ਆਲ ਟੂਗੇਦਰ ਡਿਫਰੈਂਟ। ਉਸ ਦੇ ਨਾਲ ਲੜਾਈ ਕਰਕੇ ਆਪਣੇ ਆਪ ਨੂੰ ਖਤਰੇ 'ਚ ਪਾਉਣਾ ਇਹ ਬੜਾ ਮੁਸ਼ਕਲ ਜਿਹਾ ਹੋ ਜਾਂਦਾ। ਔਰ ਚਾਈਨਾ ਉੱਥੇ ਜਿਹੜਾ ਬੜੀ ਸਖਤੀ ਦੇ ਨਾਲ ਉੱਥੇ ਉਹਨਾਂ ਨੇ ਆਪਣਾ ਰਾਜ ਜਿਹੜਾ ਪੂਰੇ ਦਾ ਪੂਰਾ ਜਿਹੜਾ 50 ਸਾਲ ਬਾਅਦ ਲਾਗੂ ਹੋਣਾ ਸੀ, ਉਹ ਉਹਨਾਂ ਨੇ 23 ਸਾਲਾਂ ਦੇ ਬਾਅਦ ਹੀ ਲਾਗੂ ਕਰ ਦਿੱਤਾ। ਬਿਲਕੁਲ ਡਾਕਟਰ ਸਾਹਿਬ, ਦੋ ਤਰ੍ਹਾਂ ਦੀਆਂ ਵਿਚਾਰਧਾਰਾ ਨੇ, ਖਾਸ ਕਰਕੇ ਜਿਹੜੇ ਸਮਾਜਵਾਦ ਦੀ ਪੈਰਵੀ ਕਰਨ ਵਾਲੇ ਲੋਕ ਨੇ, ਉਹ ਕਹਿੰਦੇ ਨੇ ਕਿ ਮੁਲਕਾਂ ਨੂੰ ਉੱਥੋਂ ਦੇ ਲੋਕਾਂ ਦੇ ਜਿਹੜੇ ਆ ਉਹ ਅਖਤਿਆਰ ਨੇ ਕਿ ਉਹਨਾਂ ਕਿੱਦਾਂ ਚਲਾਉਣਾ, ਉਹਨਾਂ ਨੂੰ ਉਹਨਾਂ ਦੇ ਹਾਲਤ ਤੇ ਛੱਡ ਦੇਣਾ ਚਾਹੀਦਾ। ਜਿਹੜੀ ਉਹ ਕੌਮਾਂ ਦੀ ਥਿਊਰੀ ਦੱਸਦੇ ਆ, ਆਪਾਂ ਪੜ੍ਹਦੇ ਸੁਣਦੇ ਆਏ ਆ, ਮਾਰਕਸਿਜ਼ਮ ਵਿੱਚ ਵੀ ਕੌਮੀਅਤਾਂ ਦੀ ਆਜ਼ਾਦੀ ਦੀ ਗੱਲ ਕਰਦਾ ਆ, ਉਹ ਕੌਮਾਂ ਦੀ ਆਜ਼ਾਦੀ ਦੀ ਗੱਲ ਕਰਦਾ ਆ। ਤੇ ਪਿਛਲੇ ਦਿਨੀ ਮੈਂ ਵੀ ਆਪਣੇ ਦੋਸਤ ਸੁਸ਼ੀਲ ਨਾਲ ਗੱਲ ਕਰਦਾ ਸੀ ਜਦੋਂ ਅਫਗਾਨਿਸਤਾਨ ਦੀ ਵੀ, ਤੇ ਉਹ ਵੀ ਇਹ ਕਹਿੰਦੇ ਸੀ ਕਿ ਜਿਹੜਾ ਬਾਹਰੀ ਦਖਲ ਹੈ ਉਹ ਗਲਤ ਹੈ, ਉਹਨਾਂ ਲੋਕਾਂ ਨੂੰ ਆਪਣੇ ਫੈਸਲੇ ਆਪ ਕਰਨ ਦੇਣੇ ਚਾਹੀਦੇ ਆ। ਮੈਨੂੰ ਲੱਗਦਾ ਹੈ ਕਿ ਇਹ ਵਰਤਾਰਾ ਹੁਣ ਜਿਹੜੀਆਂ ਦੁਨੀਆ ਦੀਆਂ, ਜਿਸ ਤਰ੍ਹਾਂ UN ਤੁਸੀਂ ਕਹਿੰਦੇ ਹੁੰਦੇ ਹੋ ਕਿ ਪੇਪਰ ਆਰਗੇਨਾਈਜੇਸ਼ਨ ਰਹਿ ਗਈ ਆ, ਇਹਨਾਂ ਦੀ ਦਖਲਅੰਦਾਜ਼ੀ ਰਹੀ ਕਿਤੇ ਨਹੀਂ। ਜਿਹੜੀ ਮਿਆਂਮਾਰ ਦੇ ਵਿੱਚ, ਬਰਮਾ ਦੇ ਵਿੱਚ ਜੋ ਹੋਇਆ ਪਿਛਲੇ ਦਿਨੀ, ਇੰਨੀ ਕੁਰਬਾਨੀ ਕੀਤੀ ਉਸ ਲੇਡੀ ਨੇ, ਲੋਕਾਂ ਨੇ ਉਹਨੂੰ ਪਾਵਰ ਦਿੱਤੀ, ਦੁਬਾਰਾ ਚੁਣਿਆ, ਪਰ ਕਿਤੇ ਨਾ ਕਿਤੇ ਫੌਜੀ ਜਿਹੜੇ ਆ ਉਹਨਾਂ ਦੇ ਬੂਟਾਂ ਥੱਲੇ ਫਿਰ ਉਹ ਦਰੜਿਆ ਜਾ ਰਿਹਾ ਜੀ। ਤੇ ਦੁਨੀਆ ਦੀਆਂ ਜਿਹੜੀਆਂ ਤਕੜੇ ਕੰਟਰੀ ਨੇ ਉਹਨਾਂ ਲੋਕਾਂ ਲਈ ਹਾਲਾਤ ਦਾ ਨਾਰਾ ਵੀ ਨਹੀਂ ਮਾਰਦੇ, ਲੋਕ ਮਰ ਰਹੇ ਆ, ਦੱਬੇ ਜਾ ਰਹੇ ਆ, ਫਿਰ ਗੋਲੀਆਂ ਚੱਲਦੀਆਂ ਨੇ, ਉਹ ਮਰ ਖਪ ਕੇ ਫਿਰ ਬਹਿ ਜਾਣਗੇ ਜੀ। ਜੇ ਇਹੋ ਹੀ ਦੇਖੋ, ਜੇ ਇਹੋ ਹੀ ਫਿਲਾਸਫੀ ਹੈ ਕਿ ਲੈਟ ਦਾ ਪੀਪਲ ਲਿਵ ਅਕੋਰਡਿੰਗ ਟੂ देयर ਓਨ ਵੇ, ਜੇ ਹਰ ਕੰਟਰੀ ਵਿੱਚ ਲੋਕਾਂ ਦੇ ਵਿੱਚ ਇੰਟਰਫੀਅਰ ਨਾ ਕੀਤਾ ਜਾਏ, ਤੇ ਫਿਰ ਮਿਆਂਮਾਰ ਦੇ ਵਿੱਚ ਹਜ਼ਾਰਾਂ ਨੌਜਵਾਨ ਮਾਰੇ ਗਏ ਨੇ, ਹਜ਼ਾਰਾਂ ਹੀ। ਹਾਂਜੀ, ਔਰ ਇਸ ਵਕਤ ਕਮ ਸੇ ਕਮ 20,000 ਤੋਂ ਉੱਪਰ ਜੇਲ੍ਹਾਂ ਦੇ ਵਿੱਚ ਹੈਗੇ ਨੇ, ਜਿਹਦੇ ਵਿੱਚ ਅਫਕੋਰਸ ਲੇਡੀ ਵੀ ਜੇਲ੍ਹ ਦੇ ਵਿੱਚ ਹੈ। ਲੇਕਿਨ ਅਗਰ ਇਹੋ ਹੀ ਚਾਹੁੰਦੇ ਨੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿ ਹਾਂ ਵੀ ਉੱਥੋਂ ਦੇ ਜਿਹੜੇ ਲੋਕ ਨੇ ਉਹ ਆਪਣੇ ਮੁਲਕ ਨੂੰ ਆਪ ਚਲਾਉਣ, ਦੈਨ ਫੋਰਗੇਟ ਅਬਾਊਟ ਇਟ। ਅੱਜ ਅਫਰੀਕਾ ਦੇ ਵਿੱਚ ਇੰਨਾ ਕੁਝ ਹੋ ਰਿਹਾ, ਸਭ ਤੋਂ ਵਰਸਟ ਜਿਹੜਾ ਕੰਟੀਨੈਂਟ ਹੈ ਦੁਨੀਆ ਦੇ ਵਿੱਚ ਉਹ ਅਫਰੀਕਾ ਦੇ ਵਿੱਚ ਕਮ ਸੇ ਕਮ 30 ਕੰਟਰੀਆਂ ਦੇ ਵਿੱਚ ਸਿਵਲ ਵਾਰ ਚੱਲ ਰਹੀ ਹੈ, 30 ਕੰਟਰੀਜ਼ ਦੇ ਵਿੱਚ। ਸੋ ਉਹ ਜਿਹੜੀ ਸਿਵਲ ਵਾਰ ਹੈ ਉਹਦੇ 'ਚ ਹਜ਼ਾਰਾਂ ਨਹੀਂ ਲੱਖਾਂ ਹੀ ਲੋਕ ਹੁਣ ਤੱਕ ਮਾਰੇ ਜਾ ਚੁੱਕੇ ਨੇ। ਸੋ ਉਹਦੇ 'ਚ ਕਿਸੇ ਨੇ ਇੰਟਰਫੀਅਰ ਨਹੀਂ ਕੀਤਾ। ਯੂਰਪ ਇਹ ਜਿਹੜਾ ਮਤਲਬ ਵੈਸਟਰਨ ਕੰਟਰੀਜ਼ ਨੇ, ਜਾਂ ਜਿੱਥੇ ਰਸ਼ੀਆ ਇੰਟਰਫੀਅਰ ਕਰਦਾ, ਜਿਸ ਤਰ੍ਹਾਂ ਉਹਨੇ ਯੂਕਰੇਨ ਦੇ ਵਿੱਚ ਕੀਤਾ, ਉਹਦਾ ਹਿੱਸਾ ਲੈ ਲਿਆ, ਇਸੇ ਢੰਗ ਦੇ ਨਾਲ
ਅਮਰੀਕਾ ਜਿੱਥੇ ਵੀ ਜਾ ਕੇ ਇੰਟਰਫੇਅਰ ਕਰਦਾ। ਹਾਂਜੀ, ਮਿਲਿਆ ਉਹਨੂੰ ਕੀ? ਅਗਰ ਅਮਰੀਕਾ ਦੀ ਹਿਸਟਰੀ ਦੇਖੋ ਤੇ ਵੀਅਤਨਾਮ ਦੇ ਵਿੱਚ ਦੌੜ ਕੇ ਆਏ, ਉੱਥੇ ਵੀ ਬੜਾ ਨੁਕਸਾਨ ਇਹਨਾਂ ਦਾ ਹੋਇਆ। ਕੋਰੀਆ ਦੇ ਵਿੱਚ ਲੜਾਈ ਲੜੀ, ਕੋਰੀਆ ਦੇ ਵਿੱਚ ਇਹਨਾਂ ਨੇ 30,000 ਫੌਜਾਂ 25-30,000 ਫੌਜਾਂ ਉੱਥੇ ਬਾਰਡਰ 'ਤੇ ਬਣਾਈਆਂ ਹੋਈਆਂ ਨੇ ਨਾਰਥ ਕੋਰੀਆ ਦੇ। ਜਾਪਾਨ ਦੇ ਵਿੱਚ 30,000 ਫੌਜ ਬਿਠਾਈ ਹੋਈ ਹੈ ਸੈਕੰਡ ਵਰਲਡ ਵਾਰ ਦੇ ਬਾਅਦ। ਜਰਮਨ ਦੇ ਵਿੱਚ 25-30,000 ਇਹਨਾਂ ਦੇ ਸੋਲਜਰ ਜਿਹੜੇ ਨੇ ਪਰਮਾਨੈਂਟ ਬੈਠੇ ਹੋਏ ਨੇ। ਆਪਣੇ ਸਾਊਦੀ ਅਰੇਬੀਆ ਦੇ ਵਿੱਚ ਪਰਮਾਨੈਂਟ 25-30,000 ਇਹਨਾਂ ਦੇ ਸੋਲਜਰਸ ਬੈਠੇ ਹੋਏ ਨੇ। ਫॉर ਵਾਟ? ਲੇਕਿਨ ਇਹ ਹੈ ਕਿ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਇਹਨਾਂ ਮੁਲਕਾਂ ਨੇ ਸਾਨੂੰ ਬੁਲਾਇਆ ਦਾ, ਉਹਨਾਂ ਦੀ ਰਖਵਾਲੀ ਲਈ। ਰਖਵਾਲੀ ਕੀ ਕਰਨੀ? ਰਖਵਾਲੀ ਕੋਈ ਇੱਥੇ ਕੋਈ ਲੜਾਈ ਥੋੜ੍ਹਾ ਹੁੰਦੀ ਪਈ ਹੈ। ਲੇਕਿਨ ਇਹ ਹੈ ਕਿ ਉਹ ਕੰਟਰੀ ਵਾਲੇ ਜਿਹੜੇ ਨੇ ਹੁਣ ਪੈਸੇ ਉਹ ਹੁਣ ਪੈਸੇ ਦੇ ਰਹੇ ਨੇ। ਕੋਰੀਆ ਵੀ ਪੈਸਾ ਦੇ ਰਿਹਾ, ਉਹ ਟਰੰਪ ਨਾਲ ਚੇਂਜ ਕਰਦਾ ਹੈ। ਹਾਂਜੀ, ਸਾਊਦੀ ਅਰੇਬੀਆ ਵੀ ਪੈਸਾ ਦੇ ਰਿਹਾ, ਜਰਮਨ ਵੀ ਪੈਸਾ ਦੇ ਰਿਹਾ ਉਹਨਾਂ ਨੂੰ ਉੱਥੇ ਰੱਖਣ ਲਈ। ਸੋ ਕੁਐਸਚਨ ਹੈਗਾ ਕਿ ਅੱਜ ਜਰਮਨ ਨੂੰ ਕੀ ਜ਼ਰੂਰਤ ਹੈ ਉੱਥੇ ਫੌਜਾਂ ਰਖਵਾਉਣ ਦੀ? ਲੇਕਿਨ ਜਰਮਨ ਖੁਦ ਕਹਿੰਦਾ ਕਿ ਇੱਥੋਂ ਫੌਜਾਂ ਨਾ ਜਾਣ। ਜਾਪਾਨ ਖੁਦ ਕਹਿੰਦਾ ਇੱਥੋਂ ਫੌਜਾਂ ਨਾ ਜਾਣ। ਹਾਂਜੀ, ਕੋਰੀਆ ਤਾਂ ਕਹਿੰਦਾ ਤੁਸੀਂ ਗੱਲ ਸੋਚੋ ਹੀ ਨਾ ਇੱਥੋਂ ਜਾਣ ਦੀ। ਔਰ ਸਾਊਦੀ ਅਰੇਬੀਆ ਨੇ ਖੁਦ ਬੁਲਾ ਕੇ ਉੱਥੇ ਰੱਖੇ ਹੋਏ ਨੇ। ਸੋ ਇਹ ਕੰਟਰੀ ਜਿਹੜੀਆਂ ਨੇ ਨਾ ਸਮ ਔਰ ਦੀ ਅਦਰ, ਇਹਨਾਂ ਦੀ ਆਪਣੀ ਅੱਜ ਦੁਨੀਆ ਦੇ ਵਿੱਚ ਪੋਲਿਟਿਕਸ ਘੱਟ ਰਹਿ ਗਈ ਹੈ, ਵਪਾਰ ਜ਼ਿਆਦਾ ਹੋ ਗਿਆ। ਜਿੱਥੇ ਉਹਨਾਂ ਨੂੰ ਨਜ਼ਰ ਆਉਂਦਾ ਕਿ ਸਾਡਾ ਵਪਾਰ ਬਚ ਸਕਦਾ, ਜੀ ਉਸ ਹਿਸਾਬ ਦੇ ਨਾਲ ਉਹਨਾਂ ਦੀ ਸੋਚ ਹੈ ਔਰ ਉਸ ਹਿਸਾਬ ਦੇ ਨਾਲ ਚੱਲਦੇ ਪਏ ਨੇ। ਉਹ ਪੋਲਿਟਿਕਸ ਵਾਲਾ ਕੰਮ ਖਤਮ ਹੋ ਗਿਆ, ਫਿਲਾਸਫੀ ਖਤਮ ਹੋ ਗਈ, ਪਾਲਿਸੀਜ਼ ਖਤਮ ਹੋ ਗਈਆਂ। ਹੁਣ ਤੇ ਵਪਾਰ ਰਹਿ ਗਿਆ ਕਿ ਜਿੱਥੇ ਸਾਨੂੰ ਪੈਸਾ ਬਣਦਾ ਉੱਥੇ ਉਹੋ ਜਿਹੀ ਗੱਲ ਕਰੋ ਤੁਸੀਂ। ਬਿਲਕੁਲ ਡਾਕਟਰ ਸਾਹਿਬ, ਭਾਰਤ ਦਾ ਗੁਆਂਢੀ ਮੁਲਕ ਨੇਪਾਲ ਹੈ, ਉੱਥੇ ਬੜੀ ਰਾਜਨੀਤਿਕ ਉਥਲ ਪੁਥਲ ਹੋ ਰਹੀ ਆ। ਪਹਿਲਾਂ ਮਾਓਵਾਦੀ ਬਣੇ, ਉਹ ਫਿਰ ਟੁੱਟ ਗਈ ਸਰਕਾਰ, ਦੁਬਾਰਾ ਫਿਰ ਕੋਰਟ ਦੇ ਹੁਕਮਾਨਾ ਬਣ ਗਈ ਤੇ ਨਵਾਂ ਕੋਰਟ ਸੁਪਰੀਮ ਕੋਰਟ ਦਾ ਫਿਰ ਹੁਕਮ ਆ ਗਿਆ ਕਿ ਉੱਥੇ ਕੋਈ ਉਹ ਪ੍ਰਾਈਮ ਮਿਨਿਸਟਰ ਜਿਹੜੇ ਆ ਉਹਨੂੰ ਲਾ ਕੇ ਓਲੀ ਨੂੰ ਤੇ ਦੂਜੇ ਨੂੰ ਜਿਹੜਾ ਸ਼ੇਰ ਬਹਾਦਰ ਦੇਵਾ ਕੀ ਨਾਂ ਉਹਨਾਂ ਦਾ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਲਈ ਸੁਪਰੀਮ ਕੋਰਟ ਨੇ ਕਹਿ ਦਿੱਤਾ। ਉੱਥੇ ਦੇ ਵੀ ਰਾਜਨੀਤਿਕ ਹਾਲਾਤ ਜਿਹੜੇ ਆ ਉਹ ਕਾਫੀ ਖਰਾਬ ਨੇ। ਚਾਈਨਾ ਦੀ ਵੀ ਕਾਫੀ ਉੱਥੇ ਦਖਲਅੰਦਾਜ਼ੀ ਵਧੀ ਹੋਈ ਆ, ਭਾਰਤ ਨਾਲ ਵੀ ਉਹਨਾਂ ਦੇ ਸੰਬੰਧ ਖਰਾਬ ਹੋਏ ਆ। ਹਾਲਾਂ ਦੁਨੀਆ ਦਾ ਇੱਕੋ ਇੱਕ ਹਿੰਦੂ ਰਾਸ਼ਟਰ ਆ ਜਿਹੜਾ ਭਾਰਤ ਚਾਹ ਰਿਹਾ ਹਿੰਦੂ ਰਾਸ਼ਟਰ ਬਣਨਾ, ਤੇ ਨੇਪਾਲ ਕੱਲਾ ਜਿਹੜਾ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਕਹਿੰਦਾ ਆ। ਬੋਲੀ ਵੀ ਰਲਦੀ ਆ, ਕਲਚਰ ਵੀ ਰਲਦਾ ਆ। ਭਾਰਤ ਨਾਲ ਸੰਬੰਧ ਕਿਉਂ ਖਰਾਬ ਹੋ ਗਏ ਦਿਨ ਦਿਨ, ਤੇ ਚਾਈਨਾ ਦਾ ਕਿਉਂ ਉੱਥੇ ਪ੍ਰਭਾਵ ਵੱਧ ਰਿਹਾ? ਇਹਦੇ ਬਾਰੇ ਕੀ ਕਹਿਣਾ ਚਾਹ ਰਹੇ ਹੋ ਤੁਸੀਂ? ਪਹਿਲੀ ਗੱਲ ਤੇ ਕੋਈ ਹਿੰਦੂ ਰਾਜ ਨਹੀਂ ਹੈਗਾ, ਉਹ ਉਦੋਂ ਹੀ ਖਤਮ ਹੋ ਗਿਆ ਸੀ ਜਦੋਂ ਕਿੰਗ ਤੇ ਕਿੰਗ ਦੀ ਫੈਮਿਲੀ ਨੂੰ ਮਾਰ ਦਿੱਤਾ ਗਿਆ ਸੀਗਾ। ਸੋ ਹਿੰਦੂ ਰਾਜ ਤਾਂ ਉਦੋਂ ਖਤਮ ਹੋ ਗਿਆ ਸੀ। ਜਿੱਥੋਂ ਤੱਕ ਤੁਸੀਂ ਆਪਣੇ ਲੈਫਟਿਸਟ ਫੋਰਸਿਸ ਕਮਿਊਨਿਸਟ ਪਾਰਟੀ ਦੀਆਂ ਗੱਲਾਂ ਕਰ ਰਹੇ ਹੋ, ਮਾਰਕਸਿਸਟ ਵੀ ਨੇ, ਦੂਜੇ ਵੀ ਨੇ, ਉਹ ਪੂਰਾ ਕੰਟਰੋਲ ਆ ਉਹਨਾਂ ਦੀ ਮੈਜੋਰਟੀ ਆ ਹਾਂਜੀ ਪਾਰਲੀਮੈਂਟ ਦੇ ਵਿੱਚ। ਔਰ ਚਾਈਨਾ ਦਾ ਹਰ ਤਰੀਕਿਓਂ ਪਰ ਮੈਜੋਰਟੀ ਰਹੀ ਨਹੀਂ ਡਾਕਟਰ ਸਾਹਿਬ, ਉਹ ਮੈਜੋਰਟੀ ਰਹੀ ਨਹੀਂ ਉਹਨਾਂ ਦੀ। ਹੁਣ ਤਾਂ ਦੂਜਾ ਬਣਾਉਣ ਨੂੰ ਸੁਪਰੀਮ ਕੋਰਟ ਨੇ ਕਹਿ ਦਿੱਤਾ। ਜਿੰਨੇ ਵੀ ਲੈਫਟਿਸਟ ਗਰੁੱਪ ਨੇ ਉਹਨਾਂ ਦੀ ਮਿਲਾ ਕੇ ਮੈਜੋਰਟੀ ਹੈਗੀ ਆ, ਆਪਸ ਦੇ ਵਿੱਚ ਉਹ ਲੜਦੇ ਰਹਿਣ। ਜਿਸ ਤਰ੍ਹਾਂ ਕਿ ਅਸੀਂ ਵੀ ਦੇਖਦੇ ਹਾਂ ਕਿ ਮਾਰਕਸਿਸਟ ਜਿਹੜੇ ਨੇ ਉਹ ਦੂਜੀ CPI ਨਾਲ ਲੜਦੇ ਨੇ। ਇਹ ਲੜਾਈਆਂ ਉਹਨਾਂ ਦੀਆਂ ਆਪਣੀਆਂ ਨੇ ਫਿਲਾਸਫੀ ਦੇ ਉੱਪਰ। ਲੇਕਿਨ ਅਲਟੀਮੇਟਲੀ ਅਗਰ ਅਸੀਂ ਦੇਖੀਏ, ਨੇਪਾਲ ਜਿਹੜਾ ਉਹ ਤਕਰੀਬਨ ਸਾਰੇ ਦਾ ਸਾਰਾ ਇਸ ਵਕਤ ਚਾਈਨਾ ਦੇ ਇੱਕ ਕਿਸਮ ਦੇ ਮੈਂ ਸਮਝਦਾ ਕੰਟਰੋਲ ਦੇ ਵਿੱਚ ਹੈ। ਹਿੰਦੁਸਤਾਨ ਦੀ ਜਿਹੜੀ ਪਾਲਿਸੀ ਰਹੀ ਹੈ ਵਿਦ ਨੇਬਰਸ, ਉਹ ਸ਼ੁਰੂ ਤੋਂ ਹੀ ਫਰਮ 1952 ਔਨਵਰਡਸ ਉਹ ਖਰਾਬ ਰਹੀ ਹੈ। ਹਾਂਜੀ, ਉਹਨੂੰ ਜਦ ਤੱਕ ਸੀਗਾ ਉਦੋਂ ਪਰਸਨਲ ਫਰੈਂਡ ਸੀਗਾ ਉਹ ਨਹਿਰੂ ਦਾ, ਉਦੋਂ ਤੱਕ ਤੇ ਰਹੀ ਗੱਲ ਠੀਕ। ਉਹਦੇ ਬਾਅਦ ਬਰਮਾ ਦੇ ਨਾਲ ਵੀ ਉਦੋਂ ਬਰਮਾ ਦੇ ਨਾਲ ਵੀ ਇਹਨਾਂ ਦੇ ਰਿਲੇਸ਼ਨ ਖਰਾਬ ਹੋਣੇ ਸ਼ੁਰੂ ਹੋ ਗਏ। ਫਿਰ ਬੰਗਲਾਦੇਸ਼ ਵੀ ਜਿਹੜਾ ਹੈ, ਹਾਲਾਂਕਿ ਬੰਗਲਾਦੇਸ਼ ਦੀ ਜਿਹੜੀ ਇਸ ਵਕਤ ਹਸੀਨਾ ਪ੍ਰਾਈਮ ਮਿਨਿਸਟਰ ਹੈ, ਉਹ ਬੇਸਿਕਲੀ ਸ਼ੀ ਓਜ਼ ਮਤਲਬ ਟੂ ਇੰਡੀਆ ਕਿ ਉੱਥੇ ਉਹ ਬੈਠੀ ਹੋਈ ਹੈ। ਲੇਕਿਨ ਅੰਦਰੋਂ ਦਿਲੋਂ ਉਹ ਵੀ ਹੁਣ ਜੀ ਚਾਈਨਾ ਦੇ ਨਾਲ ਔਰ ਪਾਕਿਸਤਾਨ ਦੇ ਨਾਲ ਰਿਲੇਸ਼ਨ ਬੈਟਰ ਕਰਨ ਦੀ ਸੋਚਦੀ ਪਈ ਹੈ। ਇਸੇ ਢੰਗ ਦੇ ਨਾਲ ਸ਼੍ਰੀਲੰਕਾ ਦੇਖ ਲਓ, ਉਹਨਾਂ ਦੇ ਨਾਲ ਵੀ ਕੋਈ ਸਾਡੇ ਇੰਨੇ ਅੱਛੇ ਰਿਲੇਸ਼ਨ ਨਹੀਂ ਹੈਗੇ। ਸੋ ਅਗਰ ਅਸੀਂ ਦੇਖੀਏ ਜਿਹੜੇ ਕੰਟਰੀਜ਼ ਨੇ ਇਰਦ ਗਿਰਦ ਇੰਡੀਆ ਦੇ ਸੋ ਕਾਲਡ ਨੇਬਰਸ, ਕਿਸੇ ਨਾਲ ਵੀ ਸਾਡੇ ਬਹੁਤ ਅੱਛੇ ਰਿਲੇਸ਼ਨ ਨਹੀਂ ਹੈਗੇ। ਬਹੁਤ ਅੱਛੇ ਕੀ ਮੈਂ ਸਮਝਦਾ ਹੈ ਹੀ ਨਹੀਂ। ਸੋ ਹਿੰਦੁਸਤਾਨ ਦੀ ਜਿਹੜੀਆਂ ਵੀ ਗਵਰਨਮੈਂਟਾਂ ਬਣੀਆਂ ਨੇ, ਉਹਨਾਂ ਨੇ ਬੋਦਰ ਹੀ ਨਹੀਂ ਕੀਤਾ ਕਿ ਅਸੀਂ ਆਪਣੇ ਨੇਬਰਸ ਦੇ ਨਾਲ ਅੱਛੇ ਰਿਲੇਸ਼ਨ ਰੱਖੀਏ। ਸਭ ਤੋਂ ਪਹਿਲੀ ਜ਼ਰੂਰਤ ਇਹ ਸੀਗੀ ਕਿ ਸਾਡੇ ਨੇਬਰਸ ਦੇ ਨਾਲ ਸਭ ਤੋਂ ਅੱਛੇ ਰਿਲੇਸ਼ਨ ਹੁੰਦੇ, ਉਹ ਵੀ ਤਰੱਕੀ ਕਰਦੇ, ਹਿੰਦੁਸਤਾਨ ਦੇ ਵਿੱਚ ਵੀ ਹਾਲਾਤ ਅੱਛੇ ਹੁੰਦੇ। ਲੇਕਿਨ ਜਿੰਨੀਆਂ ਵੀ ਗਵਰਨਮੈਂਟ ਆਈਆਂ ਨੇ, ਜਿੰਨੀਆਂ ਵੀ
फ्रॉम 52 नेहरू तो लैके हुण तक उन्होंने जब तक एक नॉन अलाइनमेंट कॉन्फ्रेंस जिहड़ी मूवमेंट सीगी ਉਹਦੇ ਵਿੱਚ ਊਨੂ वाज वन ऑफ दी ਊਨੂ अपने जोसेफ टीटो जी अपना सुकार्नो एंड इजिप्ट का नासर ये जिहड़े 4-5 बंदे सीगे जी जदों ये खत्म हो गए दुनिया च जो इन्हां दी डेथ हो गई तो तुसीं देखो यूगोस्लाविया कंट्री जिहड़ा ਉਹ ਇਸ ਵੇਲੇ 5 ਕੰਟਰੀ ਬਣ ਗਿਆ ਜੀ ਹਾਂਜੀ ਜੋਸਫ ਟੀਟੋ ਦੇ ਮਰਨ ਦੇ ਬਾਅਦ ਇੱਕ ਉਹਦੇ ਚ ਕੰਟਰੀ ਹੈ ਜਿਹਦੀ ਪਾਪੂਲੇਸ਼ਨ ਸਿਰਫ ਤੇ ਸਿਰਫ ਜੀ 8,90,000 ਉਹ ਇੰਡੀਪੈਂਡੈਂਟ ਕੰਟਰੀ ਹੈ ਇਸੇ ਢੰਗ ਦੇ ਨਾਲ ਇਜਿਪਟ ਬਰਬਾਦ ਹੋ ਗਿਆ ਨਾਸਰ ਦੇ ਬਾਅਦ ਜੀ ਤੁਸੀਂ ਇੰਡੋਨੇਸ਼ੀਆ ਦਾ ਦੇਖੋ ਕੀ ਹਾਲ ਹੈ ਇਸ ਵੇਲੇ ਹੋ ਰਿਹਾ ਸੋ ਬਰਮਾ ਦੇ ਵਿੱਚ ਤੇ ਆਰਮੀ ਹੈਗੀ ਆ ਉਹਨੂੰ ਦੇ ਬਾਅਦ ਸੋ ਵੀ ਹੈਵ ਟੂ ਰਿਅਲਾਈਜ਼ ਕਿ ਸਾਡੀ ਜਿਹੜੀ ਬੇਸਿਕ ਫਿਲਾਸਫੀ ਹੈ ਨੇਬਰਸ ਦੇ ਨਾਲ ਉਹ ਗਲਤ ਹੀ ਰਹੀ ਹੈ ਅਸੀਂ ਉਹਦੇ ਬਾਰੇ ਜ਼ਿਆਦਾ ਸੋਚਿਆ ਵੀ ਨਹੀਂ ਹੈ ਜੀ ਡਾਕਟਰ ਸਾਹਿਬ ਸਮਾਂ ਆਪਣਾ ਖਤਮ ਹੋਣ ਵਾਲਾ ਮੈਂ ਇੱਕ ਤੁਹਾਡੇ ਕੋਲ ਭਾਰਤ ਦੀ ਜ਼ਰੂਰ ਖਬਰ ਸਾਂਝੀ ਕਰਨੀ ਚਾਹੁੰਦਾ ਹਾਂ ਕਾਫੀ ਲੰਬੇ ਸਮੇਂ ਤੋਂ ਕਿਸਾਨ ਉੱਥੇ ਅੰਦੋਲਨ ਕਰ ਰਹੇ ਨੇ ਔਰ ਬੜਾ ਸ਼ਾਂਤੀਪੂਰਵਕ ਚੱਲਦਾ ਰਿਹਾ ਹੁਣ ਤੱਕ ਇੱਕਾ ਦੁੱਕਾ ਘਟਨਾ 26 ਜਨਵਰੀ ਵਾਲੀਆਂ ਨੂੰ ਛੱਡ ਦਈਏ ਤਾਂ ਪਰ ਹੁਣ ਲਗਾਤਾਰ ਤਲਖੀ ਵਧਣ ਦੀਆਂ ਖਬਰਾਂ ਆ ਰਹੀਆਂ ਨੇ ਕਿਤੇ ਨਾ ਕਿਤੇ ਪੰਜਾਬ ਵਿੱਚ ਵੀ ਹਰਿਆਣੇ ਵਿੱਚ ਵੀ ਔਰ ਯੂਪੀ ਵਿੱਚ ਵੀ ਕਿਉਂਕਿ ਜਿਹੜੇ ਲੀਡਰ ਨੇ ਉਹਨਾਂ ਨਾਲ ਨਾਰਾਜ਼ਗੀ ਵੀ ਵਧੀ ਆ ਕਿਸਾਨਾਂ ਦੀ ਔਰ ਜਿਹੜੀ ਹੁਣ ਕਿਸਾਨ ਨੇ ਉਹਨਾਂ ਨੂੰ ਆਪਣੇ ਪਿੰਡਾਂ 'ਚ ਨਹੀਂ ਆਉਣ ਦੇ ਰਹੇ ਕਿਤੇ ਨਾ ਕਿਤੇ ਰਾਜਪੁਰੇ ਘਟਨਾਵਾਂ ਹੋਈਆਂ ਕੱਲ ਬੀਜੇਪੀ ਨੂੰ ਲੈ ਕੇ ਸਾਧੂ ਸਿੰਘ ਧਰਮਸੋਤ ਨੂੰ ਲੈ ਕੇ ਕਾਂਗਰਸੀ ਨੂੰ ਘਟਨਾ ਹੋਈ ਆ ਹੋਰ ਕਈ ਜਗ੍ਹਾ ਹੋ ਰਹੀਆਂ ਨੇ ਸੋ ਜਿਹੜੀ ਇਹ ਤਲਖੀ ਵਾਲੇ ਪਾਸੇ ਨੂੰ ਵੱਧ ਰਿਹਾ ਅੰਦੋਲਨ ਇਹਦਾ ਕੀ ਅੰਤ ਕਿੱਧਰ ਨੂੰ ਹੁੰਦਾ ਤੁਹਾਨੂੰ ਨਜ਼ਰ ਆਉਂਦਾ ਆ ਕਿ ਇਹ ਅੰਦੋਲਨ ਸਕਸੈਸਫੁਲ ਹੋਏਗਾ ਜਾਂ ਫਿਰ ਇਹ ਜਿਹੜੇ ਆ ਜਿਸ ਤਰ੍ਹਾਂ ਦਾ ਹੁਣ ਹਾਲਾਤ ਬਣੇ ਆ ਇਹਦੇ ਵਿੱਚ ਦਫੇੜ ਪਏਗੀ ਕੋਈ ਪੋਲੀਟੀਕਲ ਪਾਰਟੀ ਨਿਕਲੇਗੀ ਕੋਈ ਹੱਲ ਨਜ਼ਰ ਹੁੰਦਾ ਤੁਹਾਨੂੰ ਆਉਂਦਾ ਦੇਖੋ ਕਾਲੋ ਸਾਹਿਬ ਕਹਿ ਕੇ ਗਏ ਕਿ ਜਿਹੜੇ ਇਹ ਮੂਵਮੈਂਟ ਹੈ ਇਹ ਨੈਸ਼ਨਲ ਲੈਵਲ ਤੱਕ ਪਹੁੰਚ ਚੁੱਕੀ ਹੈ ਆਈ ਟੋਟਲੀ ਡਿਸਐਗਰੀ ਵਿਦ ਹਿਮ ਕੋਈ ਇਹ ਨੈਸ਼ਨਲ ਲੈਵਲ ਤੇ ਨਹੀਂ ਪਹੁੰਚੀ ਇਹ ਸਿਰਫ ਵੈਸਟਰਨ ਯੂਪੀ जी कुछ अपने हरियाणा का एरिया और कुछ एक या दो डिस्ट्रिक्ट जिहड़े ने वो राजस्थान ते और पंजाब दे जिहड़े लोग ने वो ने सो मूवमेंट जिहड़ी मैं तुहानू अगे भी मैं कई बार तुहाडे नाल गल कीती है कि मूवमेंट जब तक सारे नैशनल लैवल ते नहीं पहुँचेगी हाँ जी वो मूवमेंट जिहड़ी है वो बहुत ज़्यादा सक्सैसफुल नहीं हो सकती जिहड़ा ते कानून कहंदे ने तैनूं तोड़ दिओ वो तो नहीं होने कदी भी लेकिन हाँ MSP या दूजियां जड़ियां होर डिमांड्स अगर चाहन तो पूरियां हो सकदियां ने हुण आने वाले टाइम दे विच पंजाब दे फार्मर ने कह दिता हाँ जी बड़ी सीरीयस सोच चल रही है कि तुसीं अपने कैंडीडेट खड़े करो सो वो एक जिहड़ी मूवमेंट सीगी लोगों की वो हुण पोलीटिकल मूवमेंट बनन जा रही है सो जो पोलीटिकल मूवमेंट बन जाएगी पंजाब दे विच फार्मर्स अपने कैंडीडेट्स नूं खड़ा करनगे इहदे पिछे जरूर कोई ना कोई ਵੱਡੀਆਂ ਪੋਲੀਟੀਕਲ ਪਾਰਟੀਆਂ ਦੇ ਹੱਥ ਵੀ ਹੁੰਦੇ ਨੇ ਤੁਸੀਂ ਵੀ ਜਾਣਦੇ ਹੋ ਕਿ ਇਹਨਾਂ ਦੇ ਵਿੱਚੋਂ ਜਿਹੜੇ ਲੀਡਰ ਨੇ ਮੈਂ ਤੇ ਪਹਿਲੇ ਦਿਨ ਤੋਂ ਇਹ ਕਹਿਣਾ ਪਿਆ ਕਿ ਜਿਹੜਾ ਅਸੀਂ ਟਕੈਟ ਹੈ ਹਾਂਜੀ ਇਹ ਬੀਜੇਪੀ ਦਾ ਏਜੰਟ ਹੈ ਉਹਦੇ ਵਿੱਚ ਬਿਠਾਇਆ ਦਾ ਉਹਨਾਂ ਨੇ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਕਿ ਟਕੈਟ ਇਜ਼ ਨਾਟ ਅੱਛਾ ਫਿਰ ਜਿਹੜੀ ਅਸਲੀ ਲੀਡਰਸ਼ਿਪ ਸੀ ਉਹ ਪੰਜਾਬੀਆਂ ਦੇ ਹੱਥ ਵਿੱਚ ਸੀਗੀ ਜਦੋਂ ਟਕੈਟ ਆਇਆ ਪਿਛਲੇ 1 ਸਾਲ ਤੋਂ ਟਕੈਟ ਲੀਡਰ ਬਣ ਗਿਆ ਦਾ ਸੋ you have to realize कि मूवमेंट ਨੂੰ ਤੋੜਨ ਲਈ ਹਰ ਪਾਸਿਓਂ ਜਿਨ੍ਹਾਂ ਦੇ ਕੋਲ ਰਿਸੋਰਸਸ ਹੁੰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਲੇਕਿਨ ਹੁਣ ਹੀ ਦੇਖਾਂਗੇ ਕਿ ਅਗਲੇ ਸਾਲ ਕੀ ਵਾਕਈ ਫਾਰਮਰ ਜਿਹੜੇ ਨੇ ਉਹ ਇਕੱਠੇ ਹੋ ਕੇ ਆਪਣੇ ਕੈਂਡੀਡੇਟਸ ਨੂੰ ਪੰਜਾਬ ਦੇ ਵਿੱਚ ਖੜਾ ਕਰਦੇ ਨੇ ਜਾਂ ਨਹੀਂ ਕਰਦੇ ਇਹ ਵੀ ਇੱਕ ਦੇਖਣ ਵਾਲੀ ਗੱਲ ਹੈਗੀ ਆ ਲੇਕਿਨ ਮੂਵਮੈਂਟ ਜਿਹੜੀ ਹੈ ਕਿਸੇ ਪਾਸੇ ਸਿਰੇ ਨਹੀਂ ਚੱਲ ਰਹੀ ਇਹ ਹਿੰਮਤ ਵਾਲੀ ਗੱਲ ਹੈ ਕਿ ਪਿਛਲੇ ਮੈਂ ਉਹਨਾਂ ਦੇ ਸੈਲੂਟ ਕਰਦਾ ਕਿ ਪਿਛਲੇ 8-10 ਮਹੀਨਿਆਂ ਤੋਂ ਉਹ ਲਗਾਤਾਰ ਜੀ ਉੱਥੇ ਬੈਠੇ ਹੋਏ ਨੇ ਔਰ ਦੇਖੋ ਇਹਦੇ 'ਚ ਵੀ ਬੜੀ ਵੱਡੀ ਗੱਲ ਹੈ ਕਿਸੇ ਗਵਰਨਮੈਂਟ ਨੇ ਉਹਨਾਂ ਨੂੰ ਛੇੜਿਆ ਨਹੀਂ ਹੈਗਾ ਤੇ ਜਿਹੜੀ ਤੁਸੀਂ ਕੀਤੀ 26 ਜਨਵਰੀ ਦੀ ਗੱਲ ਉਹ ਤੇ ਬੀਜੇਪੀ ਨੇ ਬਕਾਇਦਾ ਵੈਲ ਪਲਾਨਡ ਪ੍ਰੋਗਰਾਮ ਬਣਾਇਆ ਸੀਗਾ ਉਹ ਕੋਈ ਆਪਣੇ ਆਪ ਥੋੜਾ ਉੱਠੇ ਸੀ ਉਹ ਵੈਲ ਪਲਾਨਡ ਪ੍ਰੋਗਰਾਮ ਸੀਗਾ ਉਹਨਾਂ ਨੂੰ ਕਿਹਾ ਗਿਆ ਪਰ ਜਿਹੜੀ ਹੁਣ ਤਲਖੀ ਵੱਧ ਰਹੀ ਆ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਬੀਜੇਪੀ ਦੀਆਂ ਲਗਾਤਾਰ ਸਾਜ਼ਿਸ਼ਾਂ ਕਹਿ ਲਓ ਜਾਂ ਸ਼ਰਾਰਤ ਕਹਿ ਲਓ ਵੀ ਉਹ ਪ੍ਰਵੋਕ ਕਰਨ ਵਾਲਾ ਕੰਮ ਕਰ ਰਿਹਾ ਕਿ ਹਾਲਾਤ ਕਿਸੇ ਤਰ੍ਹਾਂ ਖਰਾਬ ਹੋਣ ਤੇ ਇਹਨੂੰ ਅੰਦੋਲਨ ਨੂੰ ਜ਼ਬਰਦਸਤੀ ਠਾਇਆ ਜਾਵੇ ਤੁਸੀਂ ਮੈਨੂੰ ਇਹ ਦੱਸੋ ਕਿ ਕਿਹੜੀ ਗਵਰਨਮੈਂਟ ਔਰ ਕਿਹੜੀ ਪਾਰਟੀ ਨਹੀਂ ਕਰਦੀ ਇਹ ਕੰਮ ਕਿਹੜੀ ਨਹੀਂ ਕਰਦੀ ਮਤਲਬ ਵੀ ਆਰ ਟਾਕਿੰਗ ਅਬਾਊਟ ਬੀਜੇਪੀ
ਲੇਕਿਨ ਵਿਚ ਡਜ਼ਨਟ ਡੂ। ਅਗਰ ਕਾਂਗਰਸ ਹੁੰਦੀ ਤੇ ਉਹਨਾਂ ਨੇ ਵੀ ਇਦਾਂ ਹੀ ਕਰਨਾ ਸੀ, ਬਿਲਕੁਲ, ਉਹਨਾਂ ਨੇ ਵੀ ਕੋਈ ਕਰਨੀ ਸੀ ਕਿ ਅਸੀਂ ਇਹਨਾਂ ਨੂੰ ਤੋੜੀਏ ਔਰ ਇਹਨਾਂ ਦੇ ਵਿੱਚੋਂ ਗਰੁੱਪਾਜੀ ਕ੍ਰੀਏਟ ਕਰੀਏ ਔਰ ਗਰੁੱਪਾਜੀ ਕ੍ਰੀਏਟ ਕਰਕੇ ਅਸੀਂ ਇਸ ਮੂਵਮੈਂਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ। ਇਹ ਹਰ ਪੋਲੀਟੀਕਲ ਪਾਰਟੀ ਕਰਦੀ ਹੈ ਹਿੰਦੁਸਤਾਨ ਦੇ ਵਿੱਚ। ਐਜ਼ ਫਾਰ ਐਜ਼ ਮੂਵਮੈਂਟਸ ਆਰ ਕੰਸਰਨ, ਦੀ ਸੋਚ ਜਿਹੜੀ ਹੈ ਉਹ ਹਰ ਪਾਰਟੀ ਦੀ ਇੱਕੋ ਜਿਹੀ ਹੈ ਕਿ ਇਹਨਾਂ ਨੂੰ ਅੱਗੇ ਨਾ ਵਧਣ ਦਿੱਤਾ ਜਾਏ ਔਰ ਇਹਨਾਂ ਨੂੰ ਤੋੜਿਆ ਜਾਏ। ਆਈ ਵਿਸ਼ ਕਿ ਕੋਈ ਨਾ ਕੋਈ ਤਰੀਕਾ ਨਿਕਲ ਜਾਂਦਾ, ਪਰ ਨਿਕਲਦਾ ਕੋਈ ਮੈਨੂੰ ਨਜ਼ਰ ਆਉਂਦਾ ਨਹੀਂ ਹੈਗਾ। ਅਗਰ MSP ਦੀ ਗੱਲ ਹੈ ਤੇ MSP ਨੂੰ ਉਹਨਾਂ ਨੇ ਹੱਥ ਨਹੀਂ ਲਗਾਉਣਾ ਅਜੇ ਫੈਡਰਲ ਗਵਰਨਮੈਂਟ ਨੇ। ਉਹਨਾਂ ਨੇ ਇੱਦਾਂ ਹੀ ਰਹਿਣ ਦੇਣਾ ਵੀ ਜਿੱਥੋਂ ਮਰਜ਼ੀ ਤੁਸੀਂ ਲੈ ਲਓ। ਬਾਕੀ ਇਹ ਹੈ ਕਿ ਤੁਹਾਨੂੰ ਪਤਾ ਹੀ ਹੈ, ਤੁਸੀਂ ਵੀ ਜਾਣਦੇ ਹੋ, ਤੁਸੀਂ ਵੀ ਬੜੇ ਵੱਡੇ ਉੱਥੋਂ ਜ਼ਮੀਂਦਾਰ ਹੋ ਪੰਜਾਬ ਦੇ। ਸੋ ਇਹ ਦੇਖਣ ਵਾਲੀ, ਇਹ ਤੁਸੀਂ ਦੱਸੋ ਐਕਚੁਅਲੀ ਕਿ ਕਿਆ ਇਹ ਮੂਵਮੈਂਟ ਜਿਹੜੀ ਹੈ ਉਸ ਲੈਵਲ ਤੇ ਹੈ ਜਿਹੜੀ ਜਦੋਂ ਸ਼ੁਰੂ ਹੋਈ ਸੀ? ਮੈਂ ਤਾਂ ਸਮਝਦਾ ਕਿ ਉਸ ਲੈਵਲ ਤੇ ਨਹੀਂ ਹੈ। ਆਪਾਂ ਇੱਥੇ ਅੱਗੇ ਚੱਲ ਕੇ ਗੱਲਾਂ ਕਰਾਂਗੇ। ਦੋ ਤਰ੍ਹਾਂ ਦੇ ਵਿਚਾਰ ਇਹਦੇ ਬਾਰੇ ਲੋਕਾਂ ਦੇ ਆ ਰਹੇ ਆ। ਵੈਸੇ ਡਿਵੀਜ਼ਨ ਹੈ ਸੋਸਾਇਟੀ ਦੇ ਵਿੱਚ। ਕੁਝ ਲੋਕ ਇਹ ਮਹਿਸੂਸ ਕਰਦੇ ਆ ਕਿ ਬਿਲਕੁਲ ਸਕਸੈਸਫੁਲ ਚੱਲ ਰਿਹਾ, ਕੁਝ ਲੋਕਾਂ ਦਾ ਔਰ ਭਾਰਤੀ ਮੀਡੀਆ ਦਾ ਜਾਂ ਸਰਕਾਰੀ ਪੱਖ ਦਾ ਕਹਿਣਾ ਹੈ ਕਿ ਮੂਵਮੈਂਟ 'ਚ ਹੁਣ ਉਹ ਦਮ ਨਹੀਂ ਰਿਹਾ। ਆਪਾਂ ਇੱਥੇ ਪੂਰਾ ਪ੍ਰੋਗਰਾਮ ਕਰਾਂਗੇ ਡਾਕਟਰ ਸਾਹਿਬ ਕਿਤੇ ਆਉਣ ਵਾਲੇ ਦਿਨ 'ਚ, ਅੱਜ ਭਲਕ ਦੇ ਵਿੱਚ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਮਾਂ ਆਪਣਾ। ਨਹੀਂ, ਹਮੇਸ਼ਾ ਯਾਦ ਰੱਖੋ ਵਿਊਜ਼ ਹਮੇਸ਼ਾ ਹੀ ਦੋ ਹੁੰਦੇ ਨੇ ਜੀ। ਕਦੀ ਇੱਕ ਯੂਨੈਨਿਮਸ ਓਪੀਨੀਅਨ ਨਹੀਂ ਹੋਈ ਕਿਸੇ ਵੀ। ਬਿਲਕੁਲ ਇਦਾਂ ਹੁੰਦਾ ਜੀ। ਹਾਂਜੀ। ਸੋ ਇਸ ਕਰਕੇ ਇਹ ਕਹਿਣਾ ਕਿ ਉੱਥੇ ਦੋ ਵਿਊਜ਼ ਨੇ, ਉਹ ਦੋ ਵਿਊਜ਼ ਤਾਂ ਰਹਿਣੇ ਹੀ ਰਹਿਣੇ ਨੇ। ਇਟ ਇਜ਼ ਨੈਵਰ ਗੋਇੰਗ ਟੂ ਬੀ ਜਸਟ ਅ ਸਿੰਪਲ ਵਨ ਵਿਊ। ਸੋ ਇਸ ਕਰਕੇ ਇਹਦੇ ਬਾਰੇ ਜਿਹੜਾ ਹੈ ਮੈਂ ਸਮਝਦਾ ਕਿ ਇਸ ਮੂਵਮੈਂਟ ਨੂੰ ਜਿਹੜਾ ਬਹੁਤ ਵੱਡਾ ਸ਼ੁਰੂ ਦੇ ਵਿੱਚ ਜ਼ੋਰ ਮਿਲਿਆ ਸੀਗਾ, ਉਹ ਹੁਣ ਉਹਨਾਂ ਜ਼ੋਰ ਨਹੀਂ ਰਿਹਾ। ਇਹ ਮੇਰੀ ਆਪਣੀ ਪਰਸਨਲ ਰਾਏ ਹੈ, ਹੋ ਸਕਦਾ ਮੈਂ ਗਲਤ ਹਾਂ ਜੀ। ਬਿਲਕੁਲ ਡਾਕਟਰ ਸਾਹਿਬ, ਹਰ ਬੰਦਾ ਆਪਣੇ ਢੰਗ ਨਾਲ ਐਨਾਲਿਸਿਸ ਕਰਦਾ ਹੈ। ਹਾਂਜੀ। ਸੋ ਬਹੁਤ ਡਾਕਟਰ ਸਾਹਿਬ ਸ਼ੁਕਰੀਆ ਜੀ, ਬਹੁਤ ਧੰਨਵਾਦ। ਬਹੁਤ ਵਧੀਆ ਇਨਫੋਰਮੇਸ਼ਨ ਦੁਨੀਆ ਭਰ ਦੀ ਦਿੱਤੀ ਆ। ਮੈਂ এনवायरमेंट ਤੇ ਤੁਹਾਡੇ ਨਾਲ ਗੱਲ ਕਰਨੀ ਸੀ। ਜੰਗਲਾਂ ਨੂੰ ਅੱਗ ਲੱਗੀ ਆ ਬਹੁਤ ਜਗ੍ਹਾ, ਆਪਾਂ ਕੱਲ ਜਾਂ ਪਰਸੋਂ ਇੱਥੇ ਗੱਲ ਕਰਾਂਗੇ। ਕੈਮਲੂਸ ਆ ਕੇ ਆਏ, ਉੱਥੇ ਵੀ ਅੱਗ ਲੱਗੀ ਹੋਈ ਸੀਗੀ। ਸੋ ਬਹੁਤ ਜ਼ਿਆਦਾ এনवायरमेंट ਦਾ ਵੀ ਹਾਲਾਤ ਜਿਹੜੇ ਆ ਉਹ ਖਰਾਬ ਹੋਏ ਪਏ ਇਸ ਵੇਲੇ। BC ਦੇ ਵਿੱਚ 200 ਵਾਈਲਡ ਫਾਇਰਸ ਨੇ ਅਸਲੇ BC ਦੇ ਵਿੱਚ 200 ਜੀ 200। ਚਲੋ ਜੀ, ਬੈਸਟ ਆਫ ਲੱਕ ਤੁਹਾਨੂੰ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਸ਼ੁਕਰੀਆ। ਥੈਂਕ ਯੂ ਵੈਰੀ ਮੱਚ। ਥੈਂਕ ਯੂ।